ਹਾਂਜੀ ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ CDP ਦੀ ਕਲਾਸ ਦੇ ਵਿੱਚ। ਬਿਲਕੁਲ ਬੇਸ ਤੋਂ ਜਿਹੜਾ ਮੈਂ ਕਰਵਾ ਰਹੀ ਸੀ, ਜਿਹਦੇ ਵਿੱਚ ਆਪਾਂ ਹੁਣ ਗਰੋਥ ਐਂਡ ਡਿਵੈਲਪਮੈਂਟ ਵਾਲਾ ਟੌਪਿਕ ਕਰਨ ਤੋਂ ਬਾਅਦ ਆਪਾਂ ਜੀਨ ਪਿਆਜੇ 'ਤੇ ਪਹੁੰਚ ਚੁੱਕੇ ਹਾਂ ਅਤੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਨੋਟਸ ਜਿਹੜੇ ਆ ਮੇਰੀ ਮਿਹਨਤ ਦੇ ਨਾਲ ਤਿਆਰ ਕੀਤੇ ਗਏ ਆ, ਬਿਲਕੁਲ ਅਥੈਂਟਿਕ ਆ। ਠੀਕ ਆ। ਤੇ ਆਪਾਂ ਅੱਜ ਜੀਨ ਪਿਆਜੇ ਕਰਨਾ ਵਾ। ਵੇਖੋ, ਜੀਨ ਪਿਆਜੇ ਦੀ ਜਿਹੜੀ ਥਿਊਰੀ ਆ ਉਹਨੂੰ ਆਪਾਂ ਗਿਆਨਾਤਮਕ ਵਿਕਾਸ ਦਾ ਸਿਧਾਂਤ ਵੀ ਕਹਿੰਦੇ ਆ। ਠੀਕ ਆ। ਕੋਗਨੇਟਿਵ ਡਿਵੈਲਪਮੈਂਟ ਥਿਊਰੀ ਜਿਹੜੀ ਕਿ 1896 ਤੋਂ ਲੈ ਕੇ 1980 ਤੱਕ ਦਾ ਜਿਹੜਾ ਟਾਈਮ ਪੀਰੀਅਡ ਉਹ ਦੱਸਿਆ ਜਾਂਦਾ। ਉਸ ਤੋਂ ਬਾਅਦ ਜੀਨ ਪਿਆਜੇ ਜਿਹੜਾ ਵਾ ਇਹ ਸਵਿਟਜ਼ਰਲੈਂਡ ਦਾ ਮਨੋਵਿਗਿਆਨੀ ਸੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਆ। ਅਨੁਵੰਸ਼ਕੀ ਮਨੋਵਿਗਿਆਨ ਦੇ ਨਾਲ ਵੀ ਇਹ ਸੰਬੰਧਿਤ ਹੈਗਾ ਵਾ, ਜਿਹਨੂੰ ਅਸੀਂ ਜੈਨੇਟਿਕ ਐਪਿਸਟੋਮੋਲੋਜਿਸਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਠੀਕ ਆ। ਜਦੋਂ ਇਹਨਾਂ ਟੌਪਿਕ ਦੇ ਬਾਰੇ ਗੱਲ ਆ ਜੇ, ਸੋ ਜੀਨ ਪਿਆਜੇ ਦਾ ਨਾਮ ਤੁਹਾਡੇ ਧਿਆਨ ਦੇ ਵਿੱਚ ਹੋਣਾ ਚਾਹੀਦਾ। ਇਹਨੂੰ ਫਾਦਰ ਆਫ ਕੰਟਿਵਿਜ਼ਮ ਵੀ ਕਹਿ ਦਿੰਦੇ ਆ, ਮਤਲਬ ਕੋਗਨੇਟਿਵਿਜ਼ਮ ਦਾ ਵੀ ਕਹਿ ਦਿੰਦੇ ਆ, ਹੈ ਨਾ। ਗਿਆਨਵਾਦ ਦਾ ਪਿਤਾਮਾ ਜਿਹੜਾ ਵਾ ਇਹਨੂੰ ਕਹਿ ਦਿੰਦੇ ਆ। ਫਿਰ ਫਾਦਰ ਆਫ ਕੰਸਟਰਕਟਿਜ਼ਮ ਵੀ ਇਹਨੂੰ ਕਹਿ ਦਿੰਦੇ ਆ, ਯਾਨੀ ਕਿ ਰਚਨਾਵਾਦ ਦਾ ਪਿਤਾਮਾ ਵੀ ਇਹਨੂੰ ਕਹਿ ਦਿੰਦੇ ਆ। ਸੋ ਜੀਨ ਪਿਆਜੇ ਦੀ ਥਿਊਰੀ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਹਰ ਇੱਕ ਪੇਪਰ ਦੇ ਵਿੱਚ ਜੀਨ ਪਿਆਜੇ ਦੇ 1-2 ਕੁਐਸਚਨ ਆਉਂਦੇ ਹੀ ਆਉਂਦੇ ਆ। ਠੀਕ ਆ। ਉਸ ਤੋਂ ਬਾਅਦ ਫਾਦਰ ਆਫ ਚਾਈਲਡ ਸਾਈਕੋਲੋਜੀ ਵੀ ਇਹਨੂੰ ਕਿਹਾ ਜਾਂਦਾ, ਯਾਨੀ ਕਿ ਬਾਲ ਮਨੋਵਿਗਿਆਨ ਦਾ ਪਿਤਾਮਾ। ਫਾਦਰ ਆਫ ਕੋਗਨੇਟਿਵਿਜ਼ਮ, ਫਾਦਰ ਆਫ ਕੰਸਟਰਕਟਿਵਿਜ਼ਮ, ਫਾਦਰ ਆਫ ਚਾਈਲਡ ਸਾਈਕੋਲੋਜੀ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਜੀਨ ਪਿਆਜੇ ਦੇ ਨਾਲ ਧਿਆਨ ਦੇ ਵਿੱਚ ਰੱਖਣੀਆਂ ਵਾ। ਉਸ ਤੋਂ ਬਾਅਦ ਜੀਨ ਪਿਆਜੇ ਦੇ ਅਨੁਸਾਰ ਬੱਚਿਆਂ ਦਾ ਚਿੰਤਨ ਵੱਡਿਆਂ ਨਾਲੋਂ ਪ੍ਰਕਾਰ ਜਾਂ ਗੁਣਵੱਤਾ ਵਿੱਚ ਭਿੰਨ ਹੁੰਦਾ ਹੈ, ਨਾ ਕਿ ਮਾਤਰਾ ਵਿੱਚ। ਮਤਲਬ ਜੀਨ ਪਿਆਜੇ ਕੀ ਕਹਿੰਦਾ ਵਾ ਕਿ ਜਿਹੜਾ ਬੱਚੇ ਆ ਛੋਟੇ, ਉਹਨਾਂ ਦਾ ਚਿੰਤਨ ਮਾਤਰਾ ਦੇ ਵਿੱਚ ਨਹੀਂ ਹੁੰਦਾ, ਗੁਣਵੱਤਾ ਦੇ ਵਿੱਚ। ਗੁਣਵੱਤਾ ਨਾ ਮਤਲਬ ਪ੍ਰਕਾਰ ਜਾਂ ਗੁਣਵੱਤਾ ਨਾਲੋਂ ਭਿੰਨ ਹੁੰਦਾ ਵਾ, ਮਾਤਰਾ ਦੇ ਵਿੱਚ ਭਿੰਨ ਨਹੀਂ ਹੁੰਦਾ। ਇਹ ਚੀਜ਼ ਜਿਹੜਾ ਵਾ ਜੀਨ ਪਿਆਜੇ ਕਹਿੰਦਾ ਵਾ। ਠੀਕ ਹੈ। ਉਸ ਤੋਂ ਬਾਅਦ ਅਕੋਰਡਿੰਗ ਟੂ ਜੀਨ ਪਿਆਜੇ, ਚਿਲਡਰਨ ਥਿੰਕਿੰਗ ਡਿਫਰੈਂਟ ਫਰੋਮ ਦੈਟ ਆਫ ਅਡਲਟ ਇਨ ਟਾਈਪ ਔਰ ਕੁਆਲੀਫਾਈ ਐਂਡ ਨਾਟ ਇਨ ਅ ਕੁਆਂਟਿਟੀ ਔਰ ਅਮਾਊਂਟ। ਠੀਕ ਆ। ਜਿਹੜੇ ਬੱਚੇ ਇੰਗਲਿਸ਼ ਵਾਲੇ ਆ, ਜਿਨ੍ਹਾਂ ਨੂੰ ਕਈ ਵਾਰੀ ਸ਼ਬਦਾਂ ਦੀ ਸਮਝ ਨਹੀਂ ਆਉਂਦੀ ਪੰਜਾਬੀ ਦਿਆਂ ਦੀ। ਠੀਕ ਆ। ਜੀਨ ਪਿਆਜੇ ਨੇ ਇਸ ਸਿਧਾਂਤ ਨੂੰ ਦੇਣ ਲਈ ਆਪਣੇ 3 ਬੱਚਿਆਂ ਦੇ ਪ੍ਰਯੋਗ ਕੀਤੇ ਸੀ। ਠੀਕ ਆ। ਜੀਨ ਪਿਆਜੇ ਐਕਸਪੈਰੀਮੈਂਟ ਵਿਦ ਦਿਸ ਥਿਊਰੀ ਔਨ ਹਿਸ 3 ਚਿਲਡਰਨ, ਮਤਲਬ ਇਹਨੇ ਆਪਣੇ ਬੱਚਿਆਂ ਤੇ ਹੀ ਜਿਹੜੇ ਸੀ ਪ੍ਰਯੋਗ ਕੀਤੇ ਸੀ ਇਸ ਥਿਊਰੀ ਨੂੰ ਦੇਣ ਤੋਂ ਪਹਿਲਾਂ, ਇੱਕ ਪ੍ਰੂਫ ਦੇ ਲਈ। ਠੀਕ ਆ। ਅਕੋਰਡਿੰਗ ਟੂ ਪਿਆਜੇ, ਚਿਲਡਰਨ ਆਰ, ਮਤਲਬ ਕੀ ਕਹਿੰਦਾ, ਜੀਨ ਪਿਆਜੇ ਦੇ ਅਨੁਸਾਰ ਜਿਹੜੇ ਬੱਚੇ ਆ ਛੋਟੇ ਵਿਗਿਆਨੀ ਹੁੰਦੇ ਆ, ਸਕਿਰਿਆ ਜੀਵ ਹੁੰਦੇ ਆ, ਮਤਲਬ ਐਕਟਿਵ ਬੀਇੰਗ ਹੁੰਦੇ ਆ। ਜੀਨ ਪਿਆਜੇ ਦੇ ਅਨੁਸਾਰ ਜਿਹੜਾ ਆ ਪਹਿਲਾ ਪੁਆਇੰਟ ਆ, ਇਹ ਬਹੁਤ ਵਾਰੀ ਪੁੱਛਿਆ ਜਾ ਚੁੱਕਿਆ ਵਾ ਕਿ ਕਿਹਦੇ ਅਨੁਸਾਰ ਜਿਹੜੇ ਬੱਚੇ ਛੋਟੇ ਵਿਗਿਆਨੀ ਹੁੰਦੇ ਆ, ਲਿਟਲ ਸਾਇੰਟਿਸਟ ਹੁੰਦੇ ਆ ਬੱਚੇ, ਇਹ ਜੀਨ ਪਿਆਜੇ ਨੇ ਕਿਹਾ ਸੀ। ਐਕਟਿਵ ਲਰਨ ਹੁੰਦੇ ਆ ਬੱਚੇ। ਠੀਕ ਆ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਸ ਦਾ ਸਿਧਾਂਤ ਖੋਜ ਅਤੇ ਨਿਰਮਾਣ ਦੇ ਸਿਧਾਂਤ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਿਓ। ਹਿਸ ਥਿਊਰੀ ਇਜ਼ ਆਲਸੋ ਨੋਨ ਐਜ਼ ਥਿਊਰੀ ਆਫ ਇਨਵੈਸਟੀਗੇਸ਼ਨ ਐਂਡ ਫਾਰਮੇਸ਼ਨ। ਠੀਕ ਆ। ਬੌਧਿਕ ਵਿਕਾਸ ਜੀਵ ਵਿਗਿਆਨ, ਪਰਿਪੱਕਤਾ ਅਤੇ ਵਾਤਾਵਰਣ ਦੇ ਅਨੁਭਵਾਂ ਦਾ ਨਤੀਜਾ ਹੈ। ਮਤਲਬ ਕੀ ਕਹਿੰਦਾ ਜਿਹੜਾ ਸਾਡਾ ਬੌਧਿਕ ਵਿਕਾਸ ਆ, ਉਹ ਸਾਡੇ ਵਾਤਾਵਰਨ ਤੇ ਸਾਡੀ ਮੈਚੂਰੇਸ਼ਨ, ਸਾਡਾ ਇਨਵਾਇਰਮੈਂਟ ਤੇ ਸਾਡੇ ਜੋ ਵੀ ਸਾਡੇ ਅਨੁਭਵ ਆ ਉਹਨਾਂ ਦਾ ਨਤੀਜਾ ਵਾ। ਠੀਕ ਆ। ਠੀਕ ਹੈ। ਸਾਡਾ ਬੌਧਿਕ ਵਿਕਾਸ, ਇਹ ਚੀਜ਼ ਜੀਨ ਪਿਆਜੇ ਕਹਿੰਦਾ ਵਾ। ਉਸ ਤੋਂ ਬਾਅਦ ਸਮ ਇੰਪੋਰਟੈਂਟ ਬੁੱਕਸ ਆਫ ਜੀਨ ਪਿਆਜੇ ਦੀਆਂ ਕੋਈ ਇੰਪੋਰਟੈਂਟ ਕਿਤਾਬਾਂ ਵਾ, ਕਿਉਂਕਿ ਇਹ ਵੀ ਪੇਪਰਾਂ ਦੇ ਵਿੱਚ ਪੁੱਛੀਆਂ ਜਾਂਦੀਆਂ। ਜਿਵੇਂ ਪਹਿਲੀ ਕਿਤਾਬ ਆ ਦ ਲੈਂਗੁਏਜ ਐਂਡ ਥਾਟ ਆਫ ਚਾਈਲਡ, ਇਹ ਵੀ ਸਾਡੇ ਪੇਪਰਾਂ ਦੇ ਵਿੱਚ ਪੁੱਛੀ ਗਈ ਆ। ਸਾਰੀਆਂ ਹੀ ਕਿਤਾਬਾਂ ਜਿਹੜੀਆਂ ਜੀਨ ਪਿਆਜੇ ਦੀਆਂ ਵਾ, ਇੱਕ ਵਾਰੀ ਮੈਂ ਨਾਮ ਬੋਲਦੀ ਹਾਂ, ਤੁਸੀਂ ਇਹਨਾਂ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣਾ। The language and the thought of the child, the moral judgment of the child, the psychology of intelligence, the origin intelligence in children, the child conception of the world, the early growth of logic in the world, the construction of reality in the child। ਇਹ ਸਾਰੀਆਂ ਹੀ ਕਿਤਾਬਾਂ ਜਿਹੜੀਆਂ ਜੀਨ ਪਿਆਜੇ ਦੀਆਂ ਵਾ, ਪਰ ਇਹਦੇ ਵਿੱਚੋਂ ਜ਼ਿਆਦਾ ਇੰਪੋਰਟੈਂਟ ਪਹਿਲੀਆਂ 2 ਆ। ਪਹਿਲੀਆਂ 2 ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹ ਪੇਪਰਾਂ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ। ਦ ਲੈਂਗੁਏਜ ਐਂਡ ਦਾ ਥਾਟ ਆਫ ਦਾ ਚਾਈਲਡ ਐਂਡ ਦਾ ਮੋਰਲ ਜਜਮੈਂਟ ਆਫ ਦਾ ਚਾਈਲਡ, ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਕੋਗਨੇਟਿਵ ਸਟਰਕਚਰ ਆਉਂਦਾ ਵਾ, ਸਕੀਮਾ ਆਉਂਦਾ ਵਾ। ਠੀਕ ਆ। ਗਿਆਨਾਤਮਕ ਸੰਰਚਨਾ ਇੱਕ ਅਰੇਖ ਦਿੰਦਾ ਵਾ, ਸਟਰਕਚਰ ਆਫ ਨੌਲੇਜ, ਯਾਨੀ ਕਿ ਗਿਆਨ ਦੀ ਸਕੀਮਾ ਇਜ਼ ਆਲਸੋ ਨੋਨ ਐਜ਼ ਅਰੇਖ। ਮਤਲਬ ਸਕੀਮਾ ਨੂੰ ਕੀ ਕਿਹਾ ਜਾਂਦਾ ਵਾ, ਅਰੇਖ। ਇਹਦੇ ਵਿੱਚ ਉਹ ਕਹਿੰਦਾ ਕੀ ਆ, ਕਹਿੰਦਾ ਸਟੋਰ ਆਫ ਨੌਲੇਜ, ਗਿਆਨ ਦਾ ਭੰਡਾਰ ਹੁੰਦਾ ਵਾ।
ਪਾਕਟ ਆਫ ਨੌਲੇਜ ਹਨਾ, ਰੂਮ ਪਾਕਟ ਆਫ ਨੌਲੇਜ ਇਨਫੋਰਮੇਸ਼ਨ, ਮਤਲਬ ਕਿ ਜਿਹੜਾ ਸਾਡਾ ਮਤਲਬ ਸਾਡੇ ਅੰਦਰ ਜਿਹੜਾ ਬੱਚੇ ਦੇ ਮਨ ਦੇ ਅੰਦਰ ਇੱਕ ਸਕੀਮਾ ਹੁੰਦਾ ਵਾ, ਮਤਲਬ ਉਹਦੇ ਵਿੱਚ ਗਿਆਨ ਦਾ ਬਹੁਤ ਜ਼ਿਆਦਾ ਭੰਡਾਰ ਹੁੰਦਾ। ਤੁਸੀਂ ਦੇਖਿਆ ਹੋਊਗਾ ਬੱਚਾ ਕਿੰਨੇ ਜ਼ਿਆਦਾ ਸਵਾਲ ਕਰਦਾ ਹੈ, ਕਿੱਦਾਂ ਹੀ ਹੈ ਕਿੱਦਾਂ ਹੀ ਹਨਾ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੱਸਦੀ ਹਾਂ। ਇਹ ਮਤਲਬ ਮੇਰੀ ਸਿਸਟਰ ਦਾ ਬੇਟਾ ਵਾ, ਉਹ ਹੋਊਗਾ ਮਤਲਬ ਅਜੇ 4 ਕੁ ਸਾਲ ਦਾ ਹਨਾ, 4 4.5 ਸਾਲ ਦਾ ਹਨਾ। ਜਹਾਜ਼ ਲੰਘਿਆ ਤੇ ਮਤਲਬ ਮੇਰੀ ਸਿਸਟਰ ਕਹਿੰਦੀ ਨਵਰਾਜ ਉੱਧਰ ਦੇਖੋ ਬੇਟਾ ਜਹਾਜ਼ ਜਾ ਰਿਹਾ ਹਨਾ। ਤੇ ਕਹਿੰਦਾ ਮੰਮਾ ਪਾਪਾ ਕਿੱਥੋਂ ਆਏ ਸੀ ਬਾਹਰੋਂ ਹਨਾ। ਤੇ ਕਹਿੰਦਾ ਮੇਰੀ ਸਿਸਟਰ ਕਹਿੰਦੀ ਇਸੇ ਜਹਾਜ਼ ਤੇ ਹੀ ਆਏ ਸੀ ਪਾਪਾ। ਕਹਿੰਦਾ ਮੰਮਾ ਜਹਾਜ਼ ਤਾਂ ਅਸਮਾਨ ਤੇ ਉੱਡ ਰਿਹਾ ਵਾ, ਪਾਪਾ ਕਿੱਦਾਂ ਉਤਰੇ ਸੀ ਧਰਤੀ ਤੇ, ਪਾਪਾ ਕਿੱਦਾਂ ਉਤਰੇ ਸੀ। ਮਤਲਬ ਕਿ ਬੱਚੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸਟੋਰ ਆਫ ਨੌਲੇਜ ਹੁੰਦੀ ਆ, ਜਿਹਦੀ ਵਜ੍ਹਾ ਕਰਕੇ ਬੱਚਾ ਜਿਹੜਾ ਵਾ ਸਵਾਲ ਜਵਾਬ ਕਰਦਾ ਵਾ। ਠੀਕ ਆ। ਤੇ ਵੇਖੋ ਭਾਵੇਂ ਕਿ ਉਹਦੀ ਗੱਲ ਤੋਂ ਅਸੀਂ ਹੱਸੇ ਹਨਾ, ਪਰ ਉਹਦੇ ਲੈਵਲ ਤੇ ਜਾ ਕੇ ਵੇਖੀਏ ਤਾਂ ਉਹਦਾ ਕਿੱਡਾ ਸੋਹਣਾ ਸਵਾਲ ਸੀ ਹਨਾ। ਇਹ ਚੀਜ਼ ਆ। ਤੇ ਤੁਸੀਂ ਵੀ ਇਹਨਾਂ ਥਿਊਰੀਆਂ ਨੂੰ ਸਮਝਣ ਲਈ ਆਪਣੇ ਘਰ ਦੇ ਵਿੱਚੋਂ ਬੱਚਿਆਂ ਦੀ ਐਗਜ਼ਾਮਪਲ ਲੈ ਸਕਦੇ ਹੋ ਆਸ-ਪਾਸ ਹਨਾ। ਫਿਰ ਹੀ ਇਹ ਥਿਊਰੀਆਂ ਜਿਹੜੀਆਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਮਝ ਆ ਸਕਦੀਆਂ ਹਨਾ। ਵੇਖੋ ਸਕੀਮਾ ਇਜ਼ ਚੇਂਜੇਬਲ ਔਰ ਡਾਇਨਾਮਿਕ, ਅਰੇਖ ਪਰਿਵਰਤਨਸ਼ੀਲ ਹੈ। ਸਕੀਮਾ ਜਿਹੜਾ ਵਾ ਪਰਿਵਰਤਨਸ਼ੀਲ ਆ, ਇਹਨੂੰ ਬਦਲਿਆ ਜਾ ਸਕਦਾ, ਜਾਂ ਕਹਿ ਲਓ ਵੀ ਬੱਚੇ ਦੀ ਜਿਹੜੀ ਉਮਰ ਵੱਧਦੀ ਆ, ਲੈਵਲ ਜਿਵੇਂ ਜਿਵੇਂ ਵੱਧਦਾ ਵਾ ਤੇ ਉਹਦਾ ਸਕੀਮਾ ਵੀ ਵੱਧਦਾ ਵਾ, ਨੌਲੇਜ ਜਿਹੜੀ ਉਹਦੇ ਵਿੱਚ ਬਦਲਾਵ ਆਉਂਦਾ ਵਾ। ਠੀਕ ਆ। ਸਕੀਮਾਜ਼ ਇਨੀਟੇਟ, ਅਰੇਖ ਜਨਮਜਾਤ ਆ, ਮਤਲਬ ਜੀਨ ਪਿਆਜੇ ਕਹਿੰਦਾ ਵਾ ਕਿ ਸਕੀਮਾ ਜਿਹੜਾ ਵਾ ਉਹ ਜਨਮਜਾਤ ਆ, ਮਤਲਬ ਲੁਕਿੰਗ ਸਕਿੰਗ। ਸਭ ਤੋਂ ਪਹਿਲਾਂ ਬੱਚਾ ਸਿਰਫ ਦੇਖਦਾ ਹੀ ਆ ਕਿਸੇ ਨਾ ਕਿਸੇ ਚੀਜ਼ ਵੱਲ, ਸਕਿੰਗ ਫਿਰ ਉਹ ਆਪਣਾ ਅੰਗੂਠਾ ਚੁੰਗਣਾ ਸ਼ੁਰੂ ਕਰ ਦਿੰਦਾ ਵਾ, ਫਿਰ ਕੋਈ ਚੀਜ਼ ਉਹਦੇ ਤੋਂ ਦੂਰ ਜਾਂਦੀ, ਜਿਵੇਂ ਬਾਲ, ਕੋਈ ਖਿਲੌਣਾ, ਕੁਛ ਵੀ ਜਿਹੜਾ ਵਾ ਉਹਨੂੰ ਉਹ ਪਕੜਨ ਦੀ ਜਿਹੜੀ ਆ ਕੋਸ਼ਿਸ਼ ਕਰਦਾ। ਗ੍ਰੈਸਪਿੰਗ ਹੋ ਗਿਆ, ਮਤਲਬ ਉਹਨਾਂ ਚੀਜ਼ਾਂ ਨੂੰ ਜਿਹੜਾ ਵਾ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਵਾ। ਲੁਕਿੰਗ, ਸਕਿੰਗ, ਰੀਚਿੰਗ, ਗ੍ਰੈਸਪਿੰਗ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਾ ਤੁਸੀਂ ਧਿਆਨ ਦੇ ਵਿੱਚ ਰੱਖਿਓ। ਮੈਂ ਇੱਥੇ ਪਿਕਚਰ ਵੀ ਲਾਉਣੀਆਂ ਸੀ ਪਰ ਮੈਨੂੰ ਮਿਲੀਆਂ ਨਹੀਂ ਆ, ਉਹਦੇ ਲਈ ਸੌਰੀ ਆ। ਠੀਕ ਹੈ। ਉਸ ਤੋਂ ਬਾਅਦ ਅਡੈਪਟੇਸ਼ਨ ਤੇ ਜਾਂਦੇ ਆ। ਅਡੈਪਟੇਸ਼ਨ ਕੀ ਆ? ਕਹਿੰਦਾ ਅਨੁਕੂਲਣ ਵਾਤਾਵਰਨ ਵਿੱਚ ਸਮਾਯੋਜਨ ਦੀ ਪ੍ਰਵਿਰਤੀ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਮਨੁੱਖ ਦੇ ਮੂਲ ਅਨੁਭਵ ਅਤੇ ਨਵੇਂ ਅਨੁਭਵ ਮੇਲ ਖਾਂਦੇ ਹਨ ਤੇ ਇਹ ਇਕੱਠੇ ਫਿੱਟ ਨਹੀਂ ਹੋ ਸਕਦੇ। ਮਤਲਬ ਕੀ ਆ? ਵੇਖੋ ਉਮਰ ਦੇ ਅਨੁਸਾਰ ਜਿਵੇਂ ਜਿਵੇਂ ਉਮਰ ਵੱਧਦੀ ਆ ਬੱਚੇ ਦੇ ਅਨੁਭਵ ਵੱਧਦੇ ਆ। ਹੁਣ ਦੇਖੋ ਮਤਲਬ ਪਹਿਲਾਂ ਤਾਂ ਬੱਚਾ ਜਿਹੜਾ ਵਾ ਸਿਰਫ ਖਿਡੌਣਾ ਫੜਨਾ ਹੀ ਸਿੱਖਦਾ ਜਦੋਂ ਬੱਚਾ ਛੋਟਾ ਹੁੰਦਾ ਹਨਾ, ਤੇ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਖਿਡੌਣਿਆਂ ਨਾਲ ਖੇਡਣਾ ਸ਼ੁਰੂ ਕਰ ਦਿੰਦਾ। ਹੁਣ ਇਹ ਤਾਂ ਨਹੀਂ ਨਾ ਹੋ ਸਕਦਾ। ਉਹਨੇ ਕਿਹਾ ਵੀ ਇਹ ਜਿਹੜੇ ਪਹਿਲੇ ਅਨੁਭਵ ਤੇ ਨਵੇਂ ਅਨੁਭਵ ਫਿੱਟ ਨਹੀਂ ਬੈਠਦੇ। ਕਿਉਂ ਨਹੀਂ ਬੈਠਦੇ? ਵੇਖੋ ਪਹਿਲਾਂ ਬੱਚੇ ਨੇ ਸਿਰਫ ਖਿਡੌਣਾ ਫੜਨਾ ਹੀ ਸਿੱਖਿਆ ਹਨਾ, ਤੇ ਅੱਗੇ ਜਾ ਕੇ ਖਿਡੌਣੇ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ। ਹੁਣ ਇਹ ਫਿੱਟ ਕਿਉਂ ਨਹੀਂ ਬੈਠਦੇ? ਇਸ ਚੀਜ਼ ਦਾ ਮਤਲਬ ਇਹ ਆ ਵੀ ਜੇ ਆਪਾਂ ਕਹੀਏ ਹੁਣ ਬੱਚਾ ਲੈਵਲ ਦੇ ਅਕੋਰਡਿੰਗ ਜਿਹੜਾ ਵਾ ਆਪਣੀ ਉਮਰ ਦੇ ਅਕੋਰਡਿੰਗ ਖਿਡੌਣਿਆਂ ਨਾਲ ਖੇਡਣ ਦੀ ਉਹਦੀ ਉਮਰ ਆ ਜਿੱਦਾਂ ਹਨਾ ਫੋਰ ਐਗਜ਼ਾਮਪਲ, ਤੇ ਆਪਾਂ ਕਹੀਏ ਵੀ ਖਿਡੌਣਾ ਉਹ ਹੱਥ 'ਚ ਫੜ ਛੱਡੇ, ਇੱਦਾਂ ਹੋ ਨਹੀਂ ਸਕਦਾ। ਕਿਉਂਕਿ ਜਿਵੇਂ ਜਿਵੇਂ ਲੈਵਲ ਵੱਧਦਾ ਵਾ ਇਸ ਦਾ ਤੇ ਅਨੁਭਵ ਜਿਹੜੇ ਉਹ ਬਦਲਦੇ ਆ, ਅਡੈਪਟੇਸ਼ਨ ਹੁੰਦੀ ਆ, ਤੇ ਇਸ ਕਰਕੇ ਉਹ ਅਨੁਭਵ ਜਿਹੜੇ ਉਹ ਫਿੱਟ ਨਹੀਂ ਬੈਠ ਸਕਦੇ। ਅਡੈਪਟੇਸ਼ਨ ਇਜ਼ ਦਾ ਟੈਂਡੈਂਸੀ ਟੂ ਐਡਜਸਟ ਟੂ ਦਾ EVS ਯਾਨੀ ਕਿ ਇਨਵਾਇਰਮੈਂਟ। ਇਟ ਇਜ਼ ਦਾ ਪ੍ਰੋਸੈਸ ਬਾਈ ਵਿਚ ਹਿਊਮਨਸ ਮੇਡ ਦਾ ਓਰੀਜਨਲ ਐਕਸਪੀਰੀਅੰਸ ਐਂਡ ਦਾ ਨਿਊ ਐਕਸਪੀਰੀਅੰਸ ਐਂਡ ਦਿਸ ਮੇ ਨਾਟ ਫਿਟ ਟੂਗੈਦਰ। ਮਤਲਬ ਇਹ ਇਕੱਠੇ ਜਿਹੜੇ ਆ ਫਿੱਟ ਨਹੀਂ ਬੈਠ ਸਕਦੇ। ਠੀਕ ਹੈ। ਉਸ ਤੋਂ ਬਾਅਦ ਅਕੋਰਡਿੰਗ ਟੂ ਪਿਆਜੇ ਦੇਅਰ ਆਰ ਟੂ ਪ੍ਰੋਸੈਸ ਇਨ ਕੋਗਨੇਟਿਵ ਡਿਵੈਲਪਮੈਂਟ, ਅਸਿਮੀਲੇਸ਼ਨ ਐਂਡ ਅਕੋਮੋਡੇਸ਼ਨ। ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਨੇ ਇਹ ਦੋਵੇਂ ਸ਼ਬਦ, ਬਹੁਤ ਜ਼ਿਆਦਾ ਪੇਪਰ ਦੇ ਵਿੱਚ ਪੁੱਛੇ ਗਏ ਨੇ, ਰਿਪੀਟਡਲੀ ਆਉਂਦੇ ਹੀ ਆਉਂਦੇ ਆ। ਪਿਆਜੇ ਅਨੁਸਾਰ ਗਿਆਨ ਦੇ ਵਿਕਾਸ ਲਈ 2 ਪ੍ਰਕਿਰਿਆਵਾਂ ਹਨ, ਆਤਮ ਸਾਤੀਕਰਨ ਤੇ ਸਮਾਯੋਜਨ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਅਸਿਮੀਲੇਸ਼ਨ ਤੇ ਅਕੋਮੋਡੇਸ਼ਨ ਕਹਿ ਦਿੰਦੇ ਆ। ਇਹਨੂੰ ਅਸੀਂ ਗਿਆਨ ਦੀ ਕਾਰਜ ਪ੍ਰਣਾਲੀ ਵੀ ਕਹਿ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਅਸਿਮੀਲੇਸ਼ਨ ਨੂੰ ਸਮਝਣਾ ਵਾ। ਅਸਿਮੀਲੇਸ਼ਨ ਕੀ ਆ? ਜਦੋਂ ਪੁਰਾਣੀ ਜਾਣਕਾਰੀ ਦੇ ਵਿੱਚ ਨਿਊ ਜਾਣਕਾਰੀ ਸ਼ਾਮਲ ਹੁੰਦੀ ਆ ਤੇ ਉਹਦੇ ਤੋਂ ਮਿਲ ਕੇ ਕੀ ਬਣ ਜਾਂਦਾ ਵਾ? ਨਵਾਂ ਸਕੀਮਾ ਬਣ ਜਾਂਦਾ ਵਾ। ਠੀਕ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ। ਮਤਲਬ ਪੂਰਵ ਗਿਆਨ, ਪੁਰਾਣਾ ਗਿਆਨ, ਨਵਾਂ ਗਿਆਨ ਤੇ ਫਿਰ ਇੱਕ ਨਵਾਂ ਅਰੇਖ ਜਿਹੜਾ ਵਾ ਉਹ ਤਿਆਰ ਹੋ ਗਿਆ। ਇੱਥੇ ਕੀ ਆ? ਮਤਲਬ ਅਸਿਮੀਲੇਸ਼ਨ ਦਾ ਮਤਲਬ ਇਹ ਆ, ਵੇਖੋ ਬੱਚੇ ਨੇ ਕੀ ਕੀਤਾ ਕਿ ਬੱਚੇ ਨੇ ਗਾਂ ਦੇਖੀ ਆ, ਬੱਚੇ ਦੇ ਘਰ ਦੇ ਵਿੱਚ ਗਾਂ ਆ, ਉਹ ਅਜੇ ਛੋਟਾ ਆ ਹਨਾ, ਤੇ
घर तो बाहर जदों अपने पेरेंट्स दे नाल ਉਹ किते ਜਾਂਦਾ ਵਾ हना, मान लो घोड़ा देख लैंदा वा, कोई होर जानवर देख लैंदा वा ते उसनूं गां ही मतलब गां ही कहूगा, क्योंकि ਉਹਦੇ ਵਿੱਚ क्लासीफिकेशन नहीं हैगी। मतलब ਉਹ उस चीज़ ਨੂੰ ਵੇਖ के गां ਨੂੰ ਜਿਹੜਾ ਵਾ घोड़ा ਦੱਸਦਾ ਵਾ, घोड़े ਨੂੰ गां ਦੱਸਦਾ ਵਾ। ਇਹ चीज़ मतलब ਪੁਰਾਣੇ ਗਿਆਨ ਦੇ ਆਧਾਰ ਤੇ ਜਿਹੜਾ ਵਾ ਨਵਾਂ ਗਿਆਨ ਜਿਹੜਾ ਵਾ ਉਹਦੇ ਵਿੱਚ ਨਵਾਂ ਸਕੀਮਾ ਉਹ ਤਿਆਰ ਕਰ ਲੈਂਦਾ। ਅਕਮੋਡੇਸ਼ਨ ਦੇ ਵਿੱਚ ਆ ਜਾਓ। ਅਕਮੋਡੇਸ਼ਨ ਦੇ ਵਿੱਚ ਕੀ ਆ, ਨਵੀਂ ਜਾਣਕਾਰੀ ਆਉਂਦੀ ਆ। ਨਵੀਂ ਜਾਣਕਾਰੀ ਜਿਹੜੀ ਆ मतलब ਨਵੇਂ ਗਿਆਨ ਦੁਆਰਾ ਮੌਜੂਦਾ ਰੇਖ ਨੂੰ ਪਰਿਵਰਤਿਤ ਕਰਨਾ। मतलब ਕੀ ਕਰਦਾ ਵਾ, ਨਵੇਂ ਗਿਆਨ ਦੇ ਆਧਾਰ ਤੇ ਮੌਜੂਦਾ ਜਾਣਕਾਰੀ ਨੂੰ ਕੀ ਕਰ ਲੈਣਾ, ਮੋਡੀਫਾਈ ਕਰ ਲੈਣਾ। ਠੀਕ ਆ, ਸੌਰੀ। मतलब ਇਹਦੇ ਵਿੱਚ ਕੀ ਆਊਗਾ, ਜਿਵੇਂ ਮੈਂ ਤੁਹਾਨੂੰ ਉੱਪਰ ਐਗਜ਼ਾਮਪਲ ਦਿੱਤੀ ਕਿ ਬੱਚਾ ਘੋੜੇ ਨੂੰ ਵੇਖ ਕੇ ਗਾਂ ਦੱਸਦਾ ਤੇ ਗਾਂ ਨੂੰ ਵੇਖ ਕੇ ਬੱਚਾ ਘੋੜਾ ਦੱਸਦਾ, ਹਨਾ। ਪਰ ਇੱਥੇ ਉਹਦਾ ਸਕੀਮਾ ਜਿਹੜਾ ਵਾ ਅਪਡੇਟ ਹੋ ਜਾਊਗਾ ਅਕਮੋਡੇਸ਼ਨ ਦੇ ਵਿੱਚ ਆ ਕੇ। मतलब ਸਮਾਯੋਜਨ ਦੀ ਪ੍ਰਵਿਰਤੀ ਉਹਦੇ ਵਿੱਚ ਆ ਜਾਊਗੀ। ਇੱਥੇ ਆ ਕੇ ਉਹਨੂੰ ਫਰਕ ਸਮਝਣ ਲੱਗ ਜਾਊਗਾ। मतलब ਪੁਰਾਣੀ ਜਾਣਕਾਰੀ ਦੇ ਆਧਾਰ ਤੇ ਜਿਹੜਾ ਵਾ ਉਹਨੂੰ ਨਵੇਂ ਜਾਣਕਾਰੀ ਜਿਹੜੀ ਆ ਪਤਾ ਲੱਗ ਜਾਊਗੀ। ਕਿਵੇਂ, ਹੁਣ ਜਿਵੇਂ ਉਹਨੂੰ ਪਤਾ ਵੀ ਗਾਂ ਦੀਆਂ ਵੀ 4 ਲੱਤਾਂ ਤੇ ਇੱਕ ਪੂੰਛ ਆ, ਘੋੜੇ ਦੀਆਂ ਵੀ 4 ਲੱਤਾਂ ਤੇ ਇੱਕ ਪੂੰਛ ਆ, ਪਰ ਉਹਨੂੰ ਉਹਨਾਂ ਦੇ ਵਿੱਚ ਪਤਾ ਲੱਗ ਜਾਊਗਾ ਕਿ ਇਹਨਾਂ ਦੀ ਨਸਲ ਜਿਹੜੀ ਆ ਉਹ ਅਲੱਗ ਆ। ਇਹ ਚੀਜ਼ मतलब ਉਹ ਆਪਣੇ ਪੁਰਾਣੇ ਗਿਆਨ ਦੇ ਆਧਾਰ ਤੇ ਇਸ ਚੀਜ਼ ਨੂੰ ਮੋਡੀਫਾਈ ਕਰ ਲੂਗਾ। ਉਹਨੂੰ ਅਸੀਂ ਕਹਿ ਦਿੰਦੇ ਆ ਅਕੋਮੋਡੇਸ਼ਨ। ਪਰ ਇਹ ਦੋਨੇ ਟੌਪਿਕ ਏਦਾਂ ਦੇ ਆ ਜਿਨ੍ਹਾਂ ਦੇ ਵਿੱਚ ਬਹੁਤ ਘੁਮਾ ਫਿਰਾ ਕੇ ਕੁਐਸਚਨ ਆਉਂਦੇ ਆ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਸ ਕੁਐਸਚਨ ਦਾ ਆਨਸਰ ਅਸਿਮੀਲੇਸ਼ਨ ਆਊਗਾ ਕਿ ਅਕਮੋਡੇਸ਼ਨ ਆਊਗਾ। ਠੀਕ ਹੈ, ਉੱਥੇ ਸਾਨੂੰ ਬਹੁਤ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਹੁੰਦੀ ਆ। ਬਿਲਕੁਲ ਅੰਡਰਸਟੈਂਡਿੰਗ ਜੀ ਜ਼ਿਆਦਾ ਜਿਹੜੀ ਵਰਤੋਂ ਕਰਕੇ ਇਹ ਜਿਹੜੇ ਸ਼ਬਦਾਂ ਦੇ ਕੁਐਸਚਨ ਜਿੱਥੋਂ ਸਾਨੂੰ ਪੁੱਛੇ ਜਾਂਦੇ ਆ ਸਾਨੂੰ ਹੱਲ ਕਰਨੇ ਪੈਂਦੇ ਆ। ਠੀਕ ਹੈ, ਉਸ ਤੋਂ ਬਾਅਦ ਅਸਿਮੀਲੇਸ਼ਨ ਤੇ ਇੱਕ ਵਾਰੀ ਆਪਾਂ ਝਾਤ ਮਾਰ ਲੈਂਦੇ ਆ। ਇੱਕ ਬੋਧ ਪ੍ਰਕਿਰਿਆ ਜਿਸ ਵਿੱਚ ਅਸੀਂ ਨਵੀਂ ਜਾਣਕਾਰੀ ਅਤੇ ਅਨੁਭਵ ਲੈਂਦੇ ਆ ਤੇ ਉਹਨਾਂ ਨੂੰ ਆਪਣੇ ਪੂਰਵ ਮੌਜੂਦ ਵਿਚਾਰਾਂ ਵਿੱਚ ਸ਼ਾਮਿਲ ਕਰਦੇ ਆ। ਠੀਕ ਹੈ, ਮਤਲਬ ਅਸਿਮੀਲੇਸ਼ਨ ਕੀ ਆ, ਪੁਰਾਣੇ ਗਿਆਨ ਦੇ ਵਿੱਚ ਨਵਾਂ ਗਿਆਨ ਆ ਜਾਂਦਾ ਵਾ, ਪਰ ਅਸੀਂ ਪੁਰਾਣੇ ਗਿਆਨ ਦੇ ਅਨੁਸਾਰ ਹੀ ਉਹਨੂੰ ਜਿਹੜਾ ਵਾ ਢਾਲ ਲੈਂਦੇ, ਪੁਰਾਣੇ ਗਿਆਨ ਅਨੁਸਾਰ ਹੀ ਸ਼ਾਮਿਲ ਕਰ ਲੈਂਦੇ। ਜਿਵੇਂ ਬੱਚਾ ਗਾਂ ਨੂੰ ਵੇਖ ਕੇ ਅੱਗੋਂ ਬਾਹਰ ਜਾ ਕੇ ਕਿਤੇ ਘੋੜਾ ਦੇਖਦਾ ਤੇ ਉਹਨੂੰ ਗਾਂ ਹੀ, ਉਹਨੂੰ ਨਹੀਂ ਪਤਾ ਵੀ ਉਹ ਘੋੜਾ ਆ। ਠੀਕ ਆ, ਉਸ ਤੋਂ ਬਾਅਦ ਅਕਮੋਡੇਸ਼ਨ ਤੇ ਆ ਜਾਓ। ਅਕਮੋਡੇਸ਼ਨ ਨੂੰ मतलब ਮੈਂ ਬਾਰੀ-ਬਾਰੀ ਸਮਝਾ ਰਹੀ ਤੇ ਮੈਂ ਲਿਖਿਆ ਵੀ ਬਾਰੀ-ਬਾਰੀ ਆ। ਇਸ ਵਿੱਚ ਨਵੀਂ ਜਾਣਕਾਰੀ ਜਾਂ ਨਵੇਂ ਤਜਰਬੇ ਦੇ ਨਤੀਜੇ ਵਜੋਂ ਕਿਸੇ ਦੇ ਮੌਜੂਦਾ ਆਰੇਖ ਜਾਂ ਵਿਚਾਰਾਂ ਨੂੰ ਬਦਲਣਾ ਸ਼ਾਮਿਲ ਹੁੰਦਾ ਹੈ। मतलब ਉੱਥੇ ਕੀ ਵੀ ਪੁਰਾਣੇ ਗਿਆਨ ਦੇ ਵਿੱਚ ਅਸੀਂ ਨਵੀਂ ਜਾਣਕਾਰੀ ਆ ਗਈ ਤੇ ਅਸੀਂ ਪੁਰਾਣੇ ਗਿਆਨ ਦੇ ਆਧਾਰ ਤੇ ਉਹਨੂੰ ਢਾਲ ਲਿਆ। ਪਰ ਇੱਥੇ ਕੀ ਕੀਤਾ, ਅਕੋਮੋਡੇਸ਼ਨ ਦੇ ਵਿੱਚ ਆ ਕੇ ਨਵੀਂ ਜਾਣਕਾਰੀ ਆਈ ਤੇ ਨਵੀਂ ਜਾਣਕਾਰੀ ਆਉਣ ਦੇ ਨਾਲ ਜਿਹੜੀ ਸਾਡੀ ਮੌਜੂਦਾ ਜਾਣਕਾਰੀ ਆ ਉਹਦੇ ਨਾਲ ਉਹਨੂੰ ਮੋਡੀਫਾਈ ਕਰ ਲਿਆ। ਉਹ ਹੁੰਦਾ ਵਾ ਅਕਮੋਡੇਸ਼ਨ। ਠੀਕ ਹੈ, ਉਸ ਤੋਂ ਬਾਅਦ ਇਕੁਲਿਬ੍ਰੇਸ਼ਨ ਆ ਜਾਂਦਾ ਵਾ। ਠੀਕ ਹੈ, ਇਕੁਲਿਬ੍ਰੇਸ਼ਨ ਵੀ ਕਹਿ ਜਾਂਦੇ ਆ। ਠੀਕ ਹੈ, ਦੋ ਤਰ੍ਹਾਂ ਦੇ ਨਾਲ ਇਹਨੂੰ ਲਿਖਿਆ, ਇਕੁਲਿਬ੍ਰਮ ਵੀ ਕਹਿ ਦਿੰਦੇ ਆ, ਇਕੁਲਿਬ੍ਰੇਸ਼ਨ ਵੀ ਕਹਿ ਦਿੰਦੇ ਆ, ਸਮਤੋਲ ਵੀ ਕਹਿ ਦਿੰਦੇ ਆ, ਸੰਤੁਲਨ ਵੀ ਕਹਿ ਦਿੰਦੇ ਆ। ਹੁਣ ਉੱਥੇ ਜਿਹੜਾ ਮਰਜ਼ੀ ਸ਼ਬਦ ਵਰਤਿਆ ਜਾ ਸਕਦਾ, ਕਨਫਿਊਜ਼ ਨਹੀਂ ਹੋਣਾ। ਪੁਰਾਣੀ ਜਾਣਕਾਰੀ ਦੇ ਨਾਲ ਨਵੀਂ ਜਾਣਕਾਰੀ ਦਾ ਬੌਧਿਕ ਸੰਤੁਲਨ ਜਿਹਨੂੰ ਅਸੀਂ ਕਹਿ ਦਿੰਦੇ ਆ ਕੋਗਨੇਟਿਵ ਬੈਲੈਂਸਿੰਗ ਆਫ ਇਨਫੋਰਮੇਸ਼ਨ ਵਿਦ ਓਲਡ ਨੌਲੇਜ, ਹਨਾ। ਸਮਤੋਲ ਕੀ ਇੱਕ ਅਜਿਹੀ ਪ੍ਰਕਿਰਿਆ ਜਿਸ ਦੁਆਰਾ ਬਾਲਕ ਆਤਮਸਾਤੀਕਰਨ ਅਤੇ ਸਮਾਯੋਜਨ ਦੀਆਂ ਪ੍ਰਕਿਰਿਆਵਾਂ ਵਿਚਕਾਰ ਇੱਕ ਸੰਤੁਲਨ ਕਾਇਮ ਕਰਦਾ ਹੈ। ਮਤਲਬ ਕਿ ਜਿਵੇਂ ਮੈਂ ਤੁਹਾਨੂੰ ਇੱਕ ਅਸਿਮੀਲੇਸ਼ਨ ਕਰਵਾਇਆ, ਇੱਕ ਅਕੋਮੋਡੇਸ਼ਨ ਕਰਵਾਇਆ। ਜਦੋਂ ਬੱਚਾ ਅਸਿਮੀਲੇਸ਼ਨ ਤੇ ਅਕੋਮੋਡੇਸ਼ਨ ਦੇ ਵਿੱਚ ਬੈਲੈਂਸ ਬਣਾ ਲੈਂਦਾ ਵਾ, ਉਸ ਚੀਜ਼ ਨੂੰ ਆਪਾਂ ਕੀ ਕਵਾਂਗੇ, ਸਮਤੋਲ, ਸੰਤੁਲਨ, ਇਕੁਲਿਬ੍ਰੇਸ਼ਨ ਜਾਂ ਇਕੁਲਿਬ੍ਰਮ ਉਹਨੂੰ ਅਸੀਂ ਕਵਾਂਗੇ। ਠੀਕ ਹੈ, ਉਸ ਤੋਂ ਬਾਅਦ ਅਗਲਾ ਹੈਗਾ ਵਾ ਜਦੋਂ ਬੱਚਾ ਕੋਈ ਨਵਾਂ ਕੰਮ ਕਰਦਾ ਹੈ ਤਾਂ ਉਸਦੀ ਪ੍ਰਕਿਰਿਆ ਅਸੰਤੁਲਨ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਆਤਮਸਾਤੀਕਰਨ ਅਤੇ ਸਮਾਜਨ ਦੋਨੋਂ ਦਾ ਸਹਾਰਾ ਲੈਂਦਾ ਹੈ। ਉਸਨੂੰ ਸਮਤੋਲ ਕਹਿੰਦੇ ਹਨ। ਸਮਝ ਲੱਗ ਗਈ? ਮਤਲਬ ਕਿ ਜਦੋਂ ਬੱਚਾ ਕੋਈ ਨਵਾਂ ਕੰਮ ਕਰਦਾ ਵਾ ਤੇ ਉਹਦੇ ਲਈ ਇੱਕ ਨਵੀਂ मतलब ਅਸੰਤੁਲਨ मतलब ਉਹ ਇਨਬੈਲੈਂਸ ਹੋ ਜਾਂਦਾ ਵਾ, ਪਰ ਇਸ ਚੀਜ਼ ਨੂੰ ਦੂਰ ਕਰ ਲਈ ਉਹ ਕੀ ਕਰੂਗਾ, ਅਸਿਮੀਲੇਸ਼ਨ ਤੇ ਅਕੋਮੋਡੇਸ਼ਨ ਦੋਨਾਂ ਦਾ ਸਹਾਰਾ ਲਊਗਾ। ਜਦੋਂ ਉਹ ਦੋਨਾਂ ਦਾ ਸਹਾਰਾ ਲਊਗਾ ਤੇ ਉਹ ਕੀ ਹੋ ਜੂਗੀ, ਸਮਤੋਲ, ਉਹ ਕੀ ਹੋ ਜੂਗੀ, ਇਕੁਲਿਬ੍ਰੇਸ਼ਨ। ਕਲੀਅਰ? ਉਸ ਤੋਂ ਬਾਅਦ ਆਪਾਂ ਜਾਂਦੇ ਹਾਂ ਅਸੰਤੁਲਨ ਤੇ ਡਿਸਇਕੁਲਿਬ੍ਰੇਸ਼ਨ। ਜਦੋਂ ਵੀ ਬੱਚਾ ਕੋਈ ਨਵਾਂ ਕੰਮ ਕਰਦਾ ਹੈ ਤਾਂ ਉਸਦੀ ਮਾਨਸਿਕ ਪ੍ਰਕਿਰਿਆ ਅਸੰਤੁਲਨ ਹੋ ਜਾਂਦੀ। ਜਦੋਂ ਕੋਈ ਬੱਚਾ ਨਵਾਂ ਕੰਮ ਕਰਦਾ ਵਾ ਤੇ ਉਹਦੇ ਲਈ ਉਹ ਨਵਾਂ ਹੁੰਦਾ ਵਾ, ਪਹਿਲਾਂ ਹੁੰਦਾ ਵਾ, ਜਿਹਦਾ ਕਰਕੇ ਜਿਹੜਾ ਵਾ ਬੈਲੈਂਸ ਨਹੀਂ ਬਣ ਪਾਉਂਦਾ। ਠੀਕ ਆ, ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੀ ਪਿਕਚਰ ਵੀ ਜਿਹੜੀ ਆ मतलब ਪਹਿਲਾਂ ਸਿਮੀਲੇਸ਼ਨ ਕਰਦਾ ਹੈ ਬੱਚਾ,
ਹਨਾ। ਅਸਿਮੀਲੇਸ਼ਨ ਤੋਂ ਬਾਅਦ ਕਹਿ ਲਓ ਵੀ ਇਕੁਲੀਬ੍ਰੇਸ਼ਨ ਹੁੰਦਾ, ਸੰਤੁਲਨ ਹੁੰਦਾ, ਫਿਰ ਕੋਈ ਨਵੀਂ ਸਿਚੁਏਸ਼ਨ ਪੈਦਾ ਹੋ ਜਾਂਦੀ ਆ। ਜਦੋਂ ਨਵੀਂ ਸਥਿਤੀ ਦੇ ਵਿੱਚ ਬੱਚਾ ਆਉਂਦਾ ਵਾ ਤੇ ਅਸੰਤੁਲਨ ਹੋ ਜਾਂਦਾ ਕਿਉਂਕਿ ਬੈਲੈਂਸ ਨਹੀਂ ਬਣ ਪਾਉਂਦਾ। ਫਿਰ ਬੱਚਾ ਕੀ ਕਰਦਾ ਵਾ, ਅਕੋਮੋਡੇਸ਼ਨ ਦੀ ਸਥਿਤੀ ਦੇ ਵਿੱਚ ਚਲ ਜਾਂਦਾ ਵਾ। ਅਕੋਮੋਡੇਸ਼ਨ ਮਤਲਬ ਨਵੀਂ ਸਥਿਤੀ ਦੇ ਵਿੱਚ ਮੌਜੂਦਾ ਗਿਆਨ ਜਿਹੜਾ ਵਾ ਉਹਦਾ ਜਿਹੜਾ ਵਾ ਥੋੜਾ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਜਿਹੜਾ ਵਾ ਅਕੋਮੋਡੇਸ਼ਨ ਤੇ ਅਸਿਮੀਲੇਸ਼ਨ ਦੇ ਵਿੱਚ ਮਿਲ ਕੇ ਜਿਹੜਾ ਸਾਡਾ ਆ ਜਾਂਦਾ ਵਾ ਉਹ ਆ ਜਾਂਦਾ ਇਕੁਲੀਬ੍ਰੇਸ਼ਨ। ਠੀਕ ਆ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਆ, ਇਹਦੀ PDF ਤੁਹਾਨੂੰ ਮਿਲ ਜੇਗੀ ਟੈਲੀਗ੍ਰਾਮ ਤੇ ਮੈਂ ਭੇਜ ਵੀ ਰਹੀ ਹਾਂ ਕਲਾਸ ਦੇ ਅਕੋਰਡਿੰਗ। ਉਸ ਤੋਂ ਬਾਅਦ ਆ ਜਾਂਦਾ ਵਾ ਗਿਆਨਾਤਮਕ ਵਿਕਾਸ ਦੇ ਪੜਾਅ। ਠੀਕ ਆ, ਸਾਡੀ ਕੁਝ ਸਟੇਜਸ ਆ, 4 ਸਟੇਜਸ ਜਿਹੜੀਆਂ ਬਹੁਤ ਜ਼ਿਆਦਾ ਪੁੱਛੀਆਂ ਜਾਂਦੀਆਂ। ਸਟੇਜਸ ਆਫ ਕੋਗਨੀਟਿਵ ਡਿਵੈਲਪਮੈਂਟ ਪਹਿਲੀ ਹੈਗੀ ਆ ਸੰਵੇਦੀ ਗਤਿਆਤਮਕ ਅਵਸਥਾ। ਪੰਜਾਬੀ ਦੇ ਵਿੱਚ ਥੋੜੀਆਂ ਔਖੀਆਂ ਵਾ ਹਨਾ, ਜਿਹਨੂੰ ਅਸੀਂ ਸੈਂਸਰੀ ਮੋਟਰ ਸਟੇਜ ਕਹਿ ਦਿੰਦੇ ਹਾਂ। ਸੈਂਸਰੀ ਮੋਟਰ ਸਟੇਜ ਜਿਹੜੀ ਆ ਇਹ ਜਨਮ ਤੋਂ ਲੈ ਕੇ 24 ਮਹੀਨੇ ਦੀ ਅਵਸਥਾ ਹੁੰਦੀ ਆ ਜਾਂ 2 ਸਾਲ ਵੀ ਲਿਖਿਆ ਹੁੰਦਾ। ਠੀਕ ਆ, ਉਸ ਤੋਂ ਬਾਅਦ ਪੂਰਵ ਸਿਕਿਰਿਆਤਮਕ ਅਵਸਥਾ ਆਉਂਦੀ ਆ, ਪ੍ਰੀ ਆਪਰੇਸ਼ਨਲ ਸਟੇਜ ਜਿਹੜੀ ਕਿ 2 ਸਾਲ ਤੋਂ ਲੈ ਕੇ 7 ਸਾਲ ਤੱਕ ਦੀ ਹੁੰਦੀ ਆ। ਠੀਕ ਆ, ਉਸ ਤੋਂ ਬਾਅਦ ਕੰਕਰੀਟ ਆਪਰੇਸ਼ਨਲ ਸਟੇਜ ਆ ਜਾਂਦੀ ਆ ਜਿਹੜੀ 7 ਤੋਂ ਲੈ ਕੇ 11 ਸਾਲ ਤੱਕ ਦੀ ਹੁੰਦੀ ਆ। ਉਸ ਤੋਂ ਬਾਅਦ ਫਾਰਮਲ ਆਪਰੇਸ਼ਨਲ ਸਟੇਜ ਆ ਜਾਂਦੀ ਆ ਜਿਹੜੀ ਕਿ 11 ਤੋਂ ਲੈ ਕੇ 15 ਸਾਲ ਤੱਕ ਦੀ ਹੁੰਦੀ ਆ। ਠੀਕ ਆ, ਤੇ ਆਪਾਂ ਅੱਗੇ ਜਾਂਦੇ ਹਾਂ। ਪਿਆਜੇ ਦਾ ਸਿਧਾਂਤ ਸਟੇਜ ਸਿਧਾਂਤ ਵਜੋਂ ਜਾਣਿਆ ਜਾਂਦਾ ਹੈ, ਮਤਲਬ ਕਿ ਸਟੇਜ ਥਿਊਰੀ ਵਜੋਂ ਵੀ ਇਹਨੂੰ ਅਸੀਂ ਕਹਿ ਦਿੰਦੇ ਹਾਂ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਪਿਆਜੇ ਦੇ ਅਨੁਸਾਰ ਗਿਆਨਾਤਮਕ ਵਿਕਾਸ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਨਹੀਂ ਆ। ਮਤਲਬ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਕਿ ਉਹਦੇ ਏਦਾਂ ਵੀ ਉੱਥੇ ਆ ਸਕਦਾ ਕਿ ਪਿਆਜੇ ਦੇ ਅਨੁਸਾਰ ਗਿਆਨਾਤਮਕ ਵਿਕਾਸ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਵਾ, ਇਹ ਗਲਤ ਆ ਜਾਂ ਸਹੀ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਉਹਦੇ ਅਨੁਸਾਰ ਨਹੀਂ ਆ। ਉਸ ਤੋਂ ਬਾਅਦ ਆਪਾਂ ਪਹਿਲੀ ਸਟੇਜ ਤੇ ਜਾਂਦੇ ਹਾਂ, ਸੈਂਸਰੀ ਮੋਟਰ ਸਟੇਜ ਜਿਹੜੀ ਕਿ ਬਰਥ ਤੋਂ ਲੈ ਕੇ 24 ਮਹੀਨੇ ਦੀ ਅਵਸਥਾ ਵਾ। ਠੀਕ ਆ, ਇਸ ਅਵਸਥਾ ਵਿੱਚ ਬੱਚਾ ਗਿਆਨ ਇੰਦਰੀਆਂ ਦੇ ਪ੍ਰਯੋਗ ਰਾਹੀਂ ਸਿੱਖਦਾ। ਮਤਲਬ ਪਿਆਜੇ ਕੀ ਕਹਿੰਦਾ, ਸੈਂਸਰੀ ਮੋਟਰ ਤੋਂ ਧਿਆਨ ਦੇ ਵਿੱਚ ਰੱਖਿਓ। ਮਤਲਬ ਇਹਦੇ ਵਿੱਚ ਬੱਚਾ ਆਪਣੀਆਂ ਗਿਆਨ ਇੰਦਰੀਆਂ ਆਪਣੇ ਸੈਂਸ ਆਰਗਨ ਦੇ ਰਾਹੀਂ ਸਿੱਖਦਾ। ਇਸ ਅਵਸਥਾ ਵਿੱਚ ਬੱਚੇ ਦੀ ਬੁੱਧੀ ਉਸਦੇ ਕਾਰਜਾਂ ਦੁਆਰਾ ਹੀ ਵਿਕਸਿਤ ਹੁੰਦੀ ਆ। ਇਹ ਅਵਸਥਾ ਅਨੁਕਰਨ ਅਤੇ ਸਮ੍ਰਿਤੀ ਨਾਲ ਸੰਬੰਧਿਤ। ਮਤਲਬ ਇਸ ਅਵਸਥਾ ਵਿੱਚ ਬੱਚਾ ਬਹੁਤ ਜ਼ਿਆਦਾ ਨਕਲ ਕਰਦਾ। ਜੇਕਰ ਆਪਾਂ ਬੱਚੇ ਦੇ ਸਾਹਮਣੇ ਏਦਾਂ ਅੱਖਾਂ ਕੱਢਾਂਗੇ ਤੇ ਬੱਚਾ ਵੀ ਓਦਾਂ ਕਰਨ ਦੀ ਕੋਸ਼ਿਸ਼ ਕਰਦਾ। ਜਦੋਂ ਅਸੀਂ ਸੈਂਸਰੀ ਮੋਟਰ ਸਟੇਜ ਦੀ ਗੱਲ ਕਰਦੇ ਹਾਂ ਤੇ ਸੈਂਸਰੀ ਮੋਟਰ ਸਟੇਜ ਜਿਹੜੀ ਆ ਇਹਦੀਆਂ ਅੱਗੋਂ ਸਬ ਸਟੇਜਸ ਆ ਜਾਂਦੀਆਂ। ਪਹਿਲੀ ਹੈਗੀ ਆ ਸਟੇਜ ਆਫ ਰਿਫਲੈਕਟਿਵ ਐਕਟੀਵਿਟੀਜ਼ ਹਨਾ। ਮੈਂ ਤੁਹਾਨੂੰ ਕੀ ਦੱਸਿਆ ਕਿ ਬਰਥ ਤੋਂ ਲੈ ਕੇ 2 ਸਾਲ ਤੱਕ ਦੀ ਅਵਸਥਾ ਹੁੰਦੀ ਆ। ਇਹਦੇ ਵਿੱਚ ਜਿਹੜੀ ਪਹਿਲੀ ਸਬ ਸਟੇਜ ਆਉਂਦੀ ਹੈ ਸਟੇਜ ਆਫ ਰਿਫਲੈਕਟ ਐਕਟੀਵਿਟੀ, ਇਹ 1 ਸਾਲ ਦੀ ਅਵਸਥਾ ਹੁੰਦੀ ਹੈ। ਮਤਲਬ ਜਨਮ ਤੋਂ 1 ਸਾਲ ਤੱਕ ਦਾ ਜਿਹੜਾ ਸਮਾਂ ਵਾ, ਇਸ ਅਵਸਥਾ ਵਿੱਚ ਬੱਚੇ ਦੇ ਅੰਦਰ ਪ੍ਰਤੀਵਿਰਤੀ ਗਤੀਵਿਧੀਆਂ ਹੁੰਦੀਆਂ ਹਨ। ਉਹ ਇਸ ਪੜਾਅ ਤੇ ਅੰਗੂਠੇ ਤੇ ਚੂਸਣ ਦੀ ਪ੍ਰਤੀਕਿਰਿਆ ਕਰਦਾ ਹੈ। ਇਹ ਜਿਹੜੀ ਅਵਸਥਾ ਮਤਲਬ ਜ਼ਿਆਦਾਤਰ ਬੱਚਾ ਅੰਗੂਠਾ ਚੁੰਗਦਾ, ਕਈ ਬੱਚੇ ਉਂਗਲਾਂ ਚੁੰਗਦੇ ਆ। ਇਹ ਜਿਹੜੀ ਬੱਚਾ ਸਕਿੰਗ ਕਰਦਾ ਵਾ ਸਟੇਜ ਆਫ ਰਿਫਲੈਕਟ ਐਕਟੀਵਿਟੀਜ਼ ਦੇ ਵਿੱਚ, ਜਿਹੜਾ ਕਿ 1 ਸਾਲ ਤੱਕ ਦਾ ਸਮਾਂ ਵਾ, ਇਸ ਅਵਸਥਾ ਦੇ ਵਿੱਚ ਬੱਚਾ ਕਰਦਾ। ਉਸ ਤੋਂ ਬਾਅਦ ਇਹਦੀ ਅੱਗੋਂ ਸਬ ਸਟੇਜ ਆ ਜਾਂਦੀ ਹੈ ਸਟੇਜ ਆਫ ਪ੍ਰਾਇਮਰੀ ਸਰਕੂਲਰ ਰਿਐਕਸ਼ਨ, ਜਿਹਨੂੰ ਅਸੀਂ ਪ੍ਰਮੁੱਖ ਚੱਕਰੀ ਪ੍ਰਤੀਕਿਰਿਆ ਕਹਿ ਦਿੰਦੇ ਹਾਂ। ਇਹ 1 ਮੰਥ ਤੋਂ ਲੈ ਕੇ 4 ਮੰਥ ਤੱਕ ਦੀ ਹੁੰਦੀ ਆ। 1 ਸਾਲ ਨਹੀਂ, 1 ਮਹੀਨੇ ਦੀ ਜਿਹੜੀ ਪਹਿਲੀ ਆ ਸਟੇਜ ਆਫ ਰਿਫਲੈਕਟ, ਜਿਹਦੇ ਵਿੱਚ ਬੱਚਾ ਅੰਗੂਠਾ ਚੁੰਗਦਾ ਵਾ, ਇਹ 1 ਮਹੀਨੇ ਦੀ ਅਵਸਥਾ ਹੁੰਦੀ ਆ। ਅਗਲੀ ਜਿਹੜੀ ਆ 1 ਮੰਥ ਤੋਂ ਲੈ ਕੇ 4 ਮਹੀਨੇ ਦੀ ਹੁੰਦੀ ਆ। ਅਗਲੀ ਜਿਹੜੀ ਦੂਜੀ ਆ, ਇਸ ਉਮਰ ਵਿੱਚ ਬੱਚਾ ਵਧੇਰੇ ਦੁਹਰਾਉਣ ਵਾਲੀਆਂ ਕਿਰਿਆਵਾਂ ਕਰਦਾ। ਜਦੋਂ ਬੱਚਾ ਇਹਨਾਂ ਕਿਰਿਆਵਾਂ ਨੂੰ ਦੁਹਰਾਉਂਦਾ ਹੈ ਤਾਂ ਉਹਨਾਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰਨਾ ਸਿੱਖ ਜਾਂਦਾ ਵਾ। ਠੀਕ ਆ, ਮਤਲਬ ਕਿਹੜੀਆਂ ਕਿਰਿਆਵਾਂ ਕੀ ਕਰਦਾ ਵਾ ਬੱਚਾ। ਠੀਕ ਆ, ਜਿੱਦਾਂ ਬਾਰ-ਬਾਰ ਏਦਾਂ ਆਪਣੇ ਮੂੰਹ ਦੇ ਅੱਗੇ ਏਦਾਂ ਹੱਥ ਮਾਰਦਾ ਵਾ ਤੇ ਉਹ ਬਹੁਤ ਜ਼ਿਆਦਾ ਉਹ ਕਿਰਿਆਵਾਂ ਨੂੰ ਦੁਹਰਾਉਂਦਾ। ਮਤਲਬ ਜਦੋਂ ਉਹਨੇ 1 ਵਾਰੀ ਏਦਾਂ ਮਤਲਬ ਮੂੰਹ ਦੇ ਅੱਗੇ ਏਦਾਂ ਹੱਥ ਨਹੀਂ ਮਾਰਦਾ ਬੱਚਾ ਮੁੱਠੀਆਂ ਮੀਟ ਕੇ, ਉਹਨਾਂ ਚੀਜ਼ਾਂ ਨੂੰ ਬਾਰ-ਬਾਰ ਬੱਚਾ ਉਹ ਕਰਦਾ। ਠੀਕ ਆ, ਸਟੇਜ ਆਫ ਸੈਕੰਡਰੀ ਸਰਕੂਲਰ ਰਿਐਕਸ਼ਨ ਗੌਣ ਚੱਕਰੀ ਪ੍ਰਤੀਕਿਰਿਆ, ਜਿਹੜੀ ਤੀਜੀ ਸਟੇਜ ਆ ਜਾਂਦੀ ਇਹਦੀ ਸਬ ਸਟੇਜ, ਉਹ ਹੁੰਦੀ ਹੈ 4 ਤੋਂ ਲੈ ਕੇ 8 ਮਹੀਨੇ ਦੀ ਸੈਕੰਡਰੀ ਸਰਕੂਲਰ ਰਿਐਕਸ਼ਨ। ਠੀਕ ਆ, ਵੇਖੋ ਇਹਦੇ ਵਿੱਚ ਬੱਚਾ ਕੀ ਕਰਦਾ ਵਾ, ਇਸ ਅਵਸਥਾ ਵਿੱਚ ਬੱਚਾ ਚੀਜ਼ਾਂ ਨੂੰ ਉਲਟ ਪਲਟ ਕਰਨ ਵੱਲ ਧਿਆਨ ਦਿੰਦਾ ਹੈ। ਇਸ ਪੜਾਅ ਵਿੱਚ ਬੱਚਾ ਉਹ ਕੰਮ ਵਧੇਰੇ ਕਰਦਾ ਜੋ ਉਸ ਨੂੰ ਸੁਣਨ ਜਾਂ ਕਰਨ ਵਿੱਚ ਦਿਲਚਸਪ ਲੱਗਦੇ ਹਨ। ਮਤਲਬ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਨਾ ਬੱਚਾ ਇੱਕ ਸਾਈਡ ਤੋਂ ਆਪਣੇ ਬੁੱਲ ਖੋਲ ਕੇ
ਤੇ ਮਤਲਬ ਏਦਾਂ ਦੀਆਂ ਅਜੀਬ ਜਿਹੀਆਂ ਆਵਾਜ਼ਾਂ ਕੱਢਦਾ ਹਨਾ। ਮਤਲਬ ਉਹ ਬੋਲ ਤਾਂ ਸਕਦਾ ਨਹੀਂ, ਉਹਦੇ ਵਿੱਚ ਸ਼ਬਦਾਂ ਦਾ ਵਿਕਾਸ ਨਹੀਂ ਹੋਇਆ, ਪਰ ਜਦੋਂ ਉਹ ਏਦਾਂ ਦੀ ਚੀਜ਼ ਕਰਦਾ ਵਾ, ਜਦੋਂ ਉਹਦਾ ਇਸ ਚੀਜ਼ ਦੇ ਵਿੱਚ ਇੰਟਰਸਟ ਬਣ ਜਾਂਦਾ ਤੇ ਉਹ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਕਰਦਾ। ਜਾਂ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਫੜਾ ਦਿਓ, ਉਹ ਸੁੱਟੂਗਾ, ਫਿਰ ਉਹਨੂੰ ਫੜਨ ਦੀ ਕੋਸ਼ਿਸ਼ ਕਰੂਗਾ ਏਦਾਂ ਕਰਕੇ, ਪਰ ਉਹਦੇ ਮਸਲਸ ਤਾਂ ਇੰਨੇ ਸਟਰੋਂਗ ਨਹੀਂ ਹੋਏ ਵੀ ਉਹਨਾਂ ਨੂੰ ਫੜ ਸਕੇ, ਪਰ ਬਾਰ-ਬਾਰ ਉਹ ਏਦਾਂ ਦੀਆਂ ਚੀਜ਼ਾਂ ਨੂੰ ਕਰਦਾ ਵਾ। ਠੀਕ ਆ। ਉਸ ਤੋਂ ਬਾਅਦ ਇਹਦੀ ਅਗਲੀ ਸਬ ਸਟੇਜ ਆ ਜਾਂਦੀ ਹੈ ਸਟੇਜ ਆਫ ਕੋਆਰਡੀਨੇਸ਼ਨ ਆਫ ਸੈਕੰਡਰੀ ਸਕੀਮਾਂ, ਮਤਲਬ ਗੌਣ ਰੇਖ ਵਿੱਚ ਤਾਲਮੇਲ ਦੀ ਅਵਸਥਾ, ਜਿਹੜੀ ਕਿ 8 ਮਹੀਨਿਆਂ ਤੋਂ ਲੈ ਕੇ 12 ਮਹੀਨੇ ਦੀ ਅਵਸਥਾ ਹੁੰਦੀ ਆ। ਇਹਦੇ ਵਿੱਚ ਕੀ ਹੁੰਦਾ ਵਾ ਕਿ ਇਸ ਪੜਾਅ ਵਿੱਚ ਬੱਚਾ ਉਦੇਸ਼ਪੂਰਨ ਕਾਰਜ ਕਰਦਾ। ਇਸ ਅਵਸਥਾ ਵਿੱਚ ਬੱਚੇ ਦੀ ਨਕਲ ਕਰਨ ਦੀ ਯੋਗਤਾ ਵੱਧ ਜਾਂਦੀ ਆ। ਮਤਲਬ ਬੱਚਾ ਜਿਹੜਾ ਵਾ ਇਹਦੇ ਵਿੱਚ ਨਕਲ ਕਰਨ ਦੀ ਯੋਗਤਾ ਵੱਧ ਜਾਂਦੀ ਆ। ਮਤਲਬ ਆਪਾਂ ਬੱਚੇ ਦੇ ਸਾਹਮਣੇ ਜਿੱਦਾਂ ਦੇ ਇਸ਼ਾਰੇ ਕਰਾਂਗੇ ਉੱਦਾਂ ਦੇ ਇਸ਼ਾਰੇ ਕਰੂਗਾ, ਬੈਡ ਇਸ਼ਾਰੇ ਕਰਾਂਗੇ ਉੱਦਾਂ ਦੇ ਇਸ਼ਾਰੇ ਕਰੂਗਾ, ਗੁੱਡ ਇਸ਼ਾਰੇ ਕਰਾਂਗੇ ਤੇ ਉੱਦਾਂ ਦੇ ਹੀ ਬੱਚਾ ਇਸ਼ਾਰੇ ਕਰੂਗਾ। ਜਿੰਨੀਆਂ ਜ਼ਿਆਦਾ ਜੋ ਵੀ ਐਕਟੀਵਿਟੀ ਆਪਾਂ ਉਹਦੇ ਸਾਹਮਣੇ ਕਰਾਂਗੇ, ਫੇਸ ਐਕਸਪ੍ਰੈਸ਼ਨ ਜੋ ਵੀ ਆਪਾਂ ਬੱਚੇ ਦੇ ਸਾਹਮਣੇ ਦਿਆਂਗੇ, ਬੱਚਾ ਵੀ ਆਪਣੇ ਉੱਦਾਂ ਦੇ ਹੀ ਐਕਸਪ੍ਰੈਸ਼ਨ ਜਿਹੜੇ ਆ ਦਿਖਾਉਣ ਦੀ ਕੋਸ਼ਿਸ਼ ਕਰਦਾ। ਉਸ ਤੋਂ ਬਾਅਦ ਜਿਹੜੀ ਇਹਦੀ ਅਗਲੀ ਸਟੇਜ ਆ ਜਾਂਦੀ ਆ, ਉਹ ਹੈਗੀ ਹੈ ਸਟੇਜ ਆਫ ਟੈਰੀਟਰੀ ਸਰਕੂਲਰ ਰਿਐਕਸ਼ਨ, ਤੀਜੇ ਦਰਜੇ ਦੀ ਚੱਕਰੀ ਪ੍ਰਤੀਕਰਮ ਅਵਸਥਾ। ਪੰਜਾਬੀ ਦੇ ਵਿੱਚ ਯਾਦ ਨਾ ਰੱਖਿਓ, ਕਨਫਿਊਜ਼ ਹੋਵੇਗੀ, ਇੰਗਲਿਸ਼ ਯਾਦ ਰੱਖ ਲਿਓ। 12 ਤੋਂ ਲੈ ਕੇ 18 ਮੰਥ ਦੀ ਇਹ ਜਿਹੜੀ ਹੁੰਦੀ ਆ ਅਵਸਥਾ। ਇਸ ਅਵਸਥਾ ਵਿੱਚ ਬੱਚਾ ਹਰ ਵਾਰ ਕੋਸ਼ਿਸ਼ ਕਰਕੇ ਸਿੱਖਦਾ, ਉਹ ਗਲਤੀਆਂ ਕਰਦਾ ਰਹਿੰਦਾ ਹੈ ਤੇ ਇਸ ਅਵਸਥਾ ਵਿੱਚ ਬੱਚਿਆਂ ਵਿੱਚ ਠੀਕ ਹੈ ਇਸ ਅਵਸਥਾ ਵਿੱਚ ਬੱਚਾ ਵਾਰ-ਵਾਰ ਕੋਸ਼ਿਸ਼ ਕਰਕੇ ਸਿੱਖਦਾ ਹੈ, ਉਹ ਗਲਤੀਆਂ ਕਰਦਾ ਹੈ, ਗਲਤੀਆਂ ਕਰਦਾ ਰਹਿੰਦਾ ਹੈ। ਅਵਸਥਾ ਵਿੱਚ ਬੱਚਿਆਂ ਵਿੱਚ ਉਤਸੁਕਤਾ ਵੱਧਦੀ ਹੈ, ਗਲਤੀਆਂ ਕਰਨ ਨਾਲ ਉਸਦੀ ਸਿੱਖਣ ਦੀ ਗਤੀ ਤੇਜ਼ ਹੁੰਦੀ ਹੈ। 12 ਤੋਂ ਲੈ ਕੇ 18 ਮਹੀਨੇ ਤੱਕ ਤੁਸੀਂ ਦੇਖਿਆ ਹੋਊਗਾ ਕਿ ਬੱਚਾ ਜਿਵੇਂ ਰਿੜਨਾ ਸ਼ੁਰੂ ਕਰ ਦਿੰਦਾ ਹਨਾ, ਤੇ ਉਹ ਰਿੜਦਾ ਵਾ, ਡਿੱਗਦਾ ਵਾ ਹਨਾ, ਫੇਰ ਰਿੜਦਾ ਵਾ, ਫੇਰ ਡਿੱਗਦਾ ਵਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾ ਇਸ ਅਵਸਥਾ ਦੇ ਵਿੱਚ ਹੁੰਦੀਆਂ। ਉਸ ਤੋਂ ਬਾਅਦ ਅਗਲੀ ਸਬ ਸਟੇਜਸ ਆ ਜਾਂਦੀ ਹੈ ਸਟੇਜ ਆਫ ਇਨਵੈਂਸ਼ਨ ਆਫ ਨਿਊ ਮੀਨਸ ਥਰੂ ਮੈਂਟਲ ਕੰਬੀਨੇਸ਼ਨ। ਠੀਕ ਹੈ। ਮਤਲਬ 12 ਤੋਂ ਲੈ ਕੇ 24 ਮਹੀਨੇ ਦੀ ਜਿਹੜੀ ਅਵਸਥਾ ਵਾ ਉਹ ਇਹਦੇ ਵਿੱਚ ਆਉਂਦੀ ਆ। ਇਸ ਅਵਸਥਾ ਵਿੱਚ ਬੱਚਿਆਂ ਵਿੱਚ ਵਸਤੂ ਸਥਾਈਪੂਣਾ ਪੈਦਾ ਹੁੰਦਾ ਹੈ, ਭਾਵੇਂ ਕਿ ਉਹਨਾਂ ਦਾ ਖਿਡੌਣਾ ਬੱਚੇ ਦੇ ਸਾਹਮਣੇ ਤੋਂ ਹਟਾ ਦਿੱਤਾ ਜਾਵੇ। ਇਸ ਸਥਿਰਤਾ ਵਿੱਚ ਬੱਚੇ ਦੇ ਦਿਮਾਗ ਵਿੱਚ ਬਣੀ ਰਹਿੰਦੀ ਆ। ਮਤਲਬ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਵਸਤੂ ਸਥਾਈਪੂਣਾ ਦਾ ਮਤਲਬ ਆਬਜੈਕਟ ਪਰਮਾਨੈਂਸੀ ਜਿਹਨੂੰ ਅਸੀਂ ਕਹਿੰਦੇ ਆ। ਇਹਦਾ ਮਤਲਬ ਇਹ ਆ ਕਿ ਮੰਨ ਲਓ ਬੱਚਾ ਕਿਸੇ ਖਿਡੌਣੇ ਦੇ ਨਾਲ ਸਾਹਮਣੇ ਕਿਸੇ ਚੀਜ਼ ਵੱਲ ਵੇਖ ਕੇ ਬੱਚਾ ਖੇਡ ਰਿਹਾ, ਉਹ ਚੀਜ਼ ਆਪਾਂ ਬੱਚੇ ਦੇ ਸਾਹਮਣੇ ਹਟਾ ਦਾਂਗੇ ਤੇ ਬੱਚਾ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਵਾ ਵੀ ਮੇਰੇ ਕੋਲ ਮੇਰੇ ਸਾਹਮਣੇ ਆਹ ਚੀਜ਼ ਪਈ ਸੀ, ਉਹ ਕਿੱਥੇ ਗਈ। ਮਤਲਬ ਇੰਨਾ ਕੁ ਦਿਮਾਗ ਉਹਦਾ ਕੰਮ ਕਰਨ ਲੱਗ ਜਾਂਦਾ। ਇਹਨੂੰ ਕਹਿੰਦੇ ਆ ਆਬਜੈਕਟ ਪਰਮਾਨੈਂਸੀ। ਠੀਕ ਆ। ਉਸ ਤੋਂ ਬਾਅਦ ਮਤਲਬ ਇਹਦੀਆਂ ਜਿਹੜੀ ਸੈਂਸਰੀ ਮੋਟਰ ਸਟੇਜ ਆ ਪਹਿਲੀ, ਇਹਦੀਆਂ ਅੱਗੇ 6 ਸਬ ਸਟੇਜਸ ਆ। ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਅਗਲੀ ਹੈਗੀ ਆ ਪ੍ਰੀ ਓਪਰੇਸ਼ਨਲ ਸਟੇਜ। ਠੀਕ ਆ। ਅਗਲੀ ਹੈਗੀ ਆ ਪ੍ਰੀ ਆਪਰੇਸ਼ਨਲ ਸਟੇਜ, ਪੂਰਵ ਸਿਕਿਰਿਆਤਮਕ ਅਵਸਥਾ। 2 ਤੋਂ ਲੈ ਕੇ 7 ਸਾਲ ਤੱਕ ਦੀ ਅਵਸਥਾ ਵਾ। ਪੂਰਵ ਸਿਕਿਰਿਆਤਮਕ ਅਵਸਥਾ ਦੀਆਂ ਉਪ ਅਵਸਥਾਵਾਂ, ਪਹਿਲੀ ਹੈਗੀ ਆ ਪੂਰਵ ਧਨਾਤਮਕ ਅਵਸਥਾ ਜਿਹੜੀ ਕਿ 2 ਤੋਂ ਲੈ ਕੇ 4 ਸਾਲ ਤੱਕ ਦੀ ਆ। ਠੀਕ ਹੈ। ਉਸ ਤੋਂ ਬਾਅਦ ਅੰਤਰ ਗਿਆਨ ਅਵਸਥਾ ਵਾ, ਜਿਹਨੂੰ ਅਸੀਂ ਇੰਟਿਊਟਿਵ ਫੇਸ ਕਹਿ ਦਿੰਦੇ ਆ, ਪ੍ਰੀ ਕਨਸੈਪਸ਼ਨਲ ਫੇਸ ਕਹਿ ਦਿੰਦੇ ਆ, ਦੂਜੀ ਇੰਟਿਊਟਿਵ ਫੇਸ ਕਹਿ ਦਿੰਦੇ ਆ, ਜਿਹੜੀ ਕਿ 4 ਤੋਂ 7 ਸਾਲ ਤੱਕ ਦੇ ਵਿੱਚ ਆਉਂਦੀ ਆ। ਇਸ ਅਵਸਥਾ ਨੂੰ ਅਸੀਂ ਕਲਪਨਾ ਕਾਲ ਵੀ ਕਹਿੰਦੇ ਆ, ਮਤਲਬ ਇਮੈਜੀਨੇਸ਼ਨ ਪੀਰੀਅਡ ਬੱਚੇ ਦਾ ਚੱਲ ਰਿਹਾ ਹੁੰਦਾ ਵਾ। ਇਸ ਅਵਸਥਾ ਵਿੱਚ ਬੱਚੇ ਵਿੱਚ ਜਿਗਿਆਸਾ ਬਹੁਤ ਜ਼ਿਆਦਾ ਹੁੰਦੀ, ਮਤਲਬ ਕਰੋਸਿਟੀ ਜਿਹੜੀ ਬੱਚੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ। ਸਵੈ ਕੇਂਦਰਿਤ, ਮਤਲਬ ਆਪਣੇ ਆਪ ਵਿੱਚ ਤੇ ਦੂਜਿਆਂ ਵਿੱਚ ਅੰਤਰ ਕਰਨ ਵਿੱਚ ਅਸਮਰਥ ਹੁੰਦਾ ਵਾ। ਮਤਲਬ ਬੱਚਾ ਆਪਣੇ ਆਪ ਤੇ ਦੂਜਿਆਂ ਦੇ ਵਿੱਚ ਅੰਤਰ ਜਿਹੜਾ ਵਾ ਉਹ ਨਹੀਂ ਕਰ ਸਕਦਾ। ਠੀਕ ਆ। ਉਸ ਤੋਂ ਇਲਾਵਾ ਕਹਿੰਦੇ ਖੁਦ ਤੋਂ ਇਲਾਵਾ ਕਿਸੇ ਦੂਸਰੇ ਦੇ ਪ੍ਰਪੇਖ ਨੂੰ ਸਮਝਣ ਵਿੱਚ ਅਸਮਰਥ, ਮਤਲਬ ਕਿ ਇਹਦੇ ਵਿੱਚ ਬੱਚਾ ਜਿਹੜਾ ਵਾ ਮਤਲਬ ਆਪਣੇ ਆਪ ਨੂੰ ਸਮਝਦਾ ਵਾ, ਦੂਜੇ ਨੂੰ ਉਹ ਨਹੀਂ ਸਮਝ ਸਕਦਾ। ਜੀਵਵਾਦ ਜਿਹਨੂੰ ਅਸੀਂ ਐਨੀਮਿਜ਼ਮ ਕਹਿ ਦਿੰਦੇ ਆ, ਜਦੋਂ ਕੋਈ ਬੱਚਾ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਜਿੰਦਾ ਮੰਨਦਾ ਹੈ ਤਾਂ ਉਹ ਜੀਵਵਾਦ ਦੀ ਸਥਿਤੀ ਵਿੱਚ ਹੁੰਦਾ ਹੈ। ਇਸ ਅਵਸਥਾ ਵਿੱਚ ਬੱਚਾ ਨਿਰਜੀਵ ਵਸਤੂਆਂ ਨੂੰ ਜਿਉਂਦਾ ਸਮਝਦਾ ਹੈ। ਮਤਲਬ ਕਿ ਜਦੋਂ ਸਾਡੀ ਦੂਜੀ ਸਟੇਜ ਚੱਲ ਪੈਂਦੀ ਆ, ਜਿਹੜੀ ਕਿਹੜੀ ਹੈਗੀ ਆ, ਮਤਲਬ ਜਿਹੜੀ ਸਾਡੀ ਹੈਗੀ ਆ ਪ੍ਰੀ ਆਪਰੇਸ਼ਨਲ ਸਟੇਜ। ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਕੀ ਕਰਦਾ ਵਾ ਬੱਚੇ ਦੀ ਇਹ ਜਿਹੜੀ ਉਮਰ ਆ, ਇਹਦੇ ਵਿੱਚ ਬੱਚੇ ਨੂੰ ਨਿਰਜੀਵ ਚੀਜ਼ਾਂ ਵੀ ਜਿਹੜੀਆਂ ਵਾ ਜਿੰਦਾ ਨਜ਼ਰ ਆਉਂਦੀਆਂ। ਮੰਨ ਲਓ ਆਪਾਂ ਘਰ ਦੇ ਵਿੱਚ ਕਿਸੇ ਲੋਹੇ ਵਾਲੀ ਚੀਜ਼ ਨੂੰ ਸੱਟ ਮਾਰ ਰਹੇ ਹਾਂ ਹਨਾ, ਜਾਂ ਕੋਈ ਵੀ ਏਦਾਂ ਦੀ ਚੀਜ਼ ਆ, ਤੇ ਮਤਲਬ ਬੱਚੇ ਨੂੰ ਲੱਗੂਗਾ ਵੀ ਉਹਨੂੰ ਦਰਦ ਹੁੰਦਾ ਵਾ। ਮਤਲਬ ਨਿਰਜੀਵ ਚੀਜ਼ਾਂ ਵਾ ਜਿਹੜੀਆਂ, ਉਹਨਾਂ ਨੂੰ ਵੀ ਇਹ ਜਿੰਦਾ ਸਮਝਦਾ ਵਾ। ਉਹ ਨਿਰਜੀਵ ਚੀਜ਼ਾਂ ਨੂੰ ਮਤਲਬ ਉਹਨੂੰ ਲੱਗੂਗਾ ਆਪਾਂ ਕਿਸ ਚੀਜ਼ ਤੇ ਸੱਟ ਮਾਰ ਰਹੇ ਹਾਂ, ਹਥੌੜੇ ਦੇ ਨਾਲ, ਲੋਹੇ ਦੇ ਨਾਲ, ਕੁਝ ਵੀ ਹਨਾ, ਤੇ ਬੱਚੇ ਨੂੰ ਲੱਗੂਗਾ ਵੀ ਉਹਨੂੰ ਦਰਦ ਹੁੰਦਾ।
ठीक है। जिवें इधर देखो, जिवें किसी भी बच्चे के हत्थ दे विच डॉल होवे है ना, बेबी डॉल जिहड़ी हुंदी है छोटी कोई खिडौना है ना, ते आपां जाण बुੱਝ के ਉਹਨੂੰ थप्पड़ मारीए कुट्टीए ते बच्चा रोऊगा, बच्चा बोलूगा भी इहनूं दर्द हुंदी है, इहनूं ना कुੱਟੋ। मतलब बच्चे नूं नहीं पता कि ਉਹ चीज़ निर्जीव है कि जीव है, इहनूं ਅਸੀਂ एनिमिज्म कहने आ। ठीक है। उस तो बाद ਇਹਦੀ सब स्टेज अगली हैगी है अंतर ज्ञान अवस्था, इंट्यूटिव फेस 4 ਤੋਂ 7 साल तक दी। ठीक है। इस म्याद के दौरान बच्चा जोड़ना, घटाना, गुणा करना, वंडना आदि सीखता है। अंतर ज्ञान चिंतन इस प्रकार एक इस विचार है जिस विच कोई तरतीब वाला तर्क नहीं हुंदा। मतलब की कहने की कोशिश कर रहा वा कि ਇਹ ਉਹ ਅਵਸਥਾ ਵਾ 4 ਤੋਂ ਲੈ ਕੇ 7 ਸਾਲ ਦੀ ਇੰਟਿਊਟਿਵ ਫੇਸ, ਜਿਹਦੇ ਵਿੱਚ ਬੱਚਾ ਮਲਟੀਪਲੀਕੇਸ਼ਨ, ਐਡ ਕਰਨਾ, ਸਬਟਰੈਕਟ, ਐਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਬੱਚਾ ਸਿੱਖਣੀਆਂ ਸ਼ੁਰੂ ਕਰ ਦਿੰਦਾ ਵਾ। ਉਸ ਤੋਂ ਬਾਅਦ ਇਰਵੈਸਿਬਿਲਿਟੀ ਆ ਜਾਂਦੀ, ਅਪ੍ਰਤੀਵਰਤਤਾ। ਕਹਿਣ ਦਾ ਭਾਵ ਇਹ ਕਿ ਇਹ ਜਿਹੜੀ ਸਟੇਜ ਆ ਇਹਦੇ ਵਿੱਚ ਕੀ ਹੁੰਦਾ ਵਾ, ਬੱਚਾ 1 ਤੋਂ ਲੈ ਕੇ 100 ਤੱਕ ਤਾਂ ਗਿਣਤੀ ਕਰ ਸਕਦਾ ਹਨਾ, मतलब पलटन के अयोग, मतलब 1 ਤੋਂ ਲੈ ਕੇ 100 तक ਤਾਂ ਗਿਣਤੀ ਬੱਚਾ ਕਰ ਜੂਗਾ। ਤੇ ਜੇ ਆਪਾਂ ਬੱਚੇ ਨੂੰ ਕਹੀਏ ਵੀ ਤੂੰ 100 ਤੋਂ ਲੈ ਕੇ 1 ਤੱਕ ਪੁੱਠੀ ਗਿਣਤੀ ਕਰ, ਤੇ ਬੱਚਾ ਉਹ ਨਹੀਂ ਕਰ ਸਕਦਾ। ਇਹਨੂੰ ਕਹਿੰਦੇ ਆ ਇਰੈਸਿਬਿਲਿਟੀ, ਅਪ੍ਰਤੀਵਰਤਾ। ਠੀਕ ਹੈ। ਐਕਟਿਵ मतलब ਇਸ ਅਵਸਥਾ ਵਿੱਚ ਬੱਚੇ ਦੀ ਐਕਟਿਵ ਵੌਇਸ ਹੁੰਦੀ ਆ। ਬੱਚਾ ਇਹ ਤਾਂ ਕਹਿ ਸਕਦਾ ਆਈ ਟੇਕ ਆ ਟੀ, मतलब ਪੈਸਿਵ ਵੌਇਸ ਬੱਚੇ ਦੇ ਵਿੱਚ ਨਹੀਂ ਹੁੰਦੀ। ਟੀ ਇਜ਼ ਟੇਕਨ ਬਾਏ ਮੀ, ਬੱਚੇ ਨੂੰ ਇਸ ਚੀਜ਼ ਦਾ ਨਹੀਂ ਪਤਾ ਹੋਊਗਾ। मतलब ਬੱਚਾ ਜਿਹੜਾ ਵਾ ਉਹਦੇ ਵਿੱਚ ਐਕਟਿਵ ਵੌਇਸ ਹੁੰਦੀ ਆ, ਨਾ ਕਿ ਉਹਦੇ ਵਿੱਚ ਪੈਸਿਵ ਵੌਇਸ ਹੁੰਦੀ ਆ। ਠੀਕ ਆ। ਉਸ ਤੋਂ ਬਾਅਦ ਹੈਗਾ ਵਾ ਅਨੇਬਿਲਿਟੀ ਟੂ ਕਨਸਰਵ, ਮਤਲਬ ਸੁਰੱਖਿਅਤ ਦੀ ਯੋਗਤਾ, ਕਨਵਰਸੇਸ਼ਨ, ਜਿਸ ਵਿੱਚ ਬੱਚਾ ਸਮਝਦਾ ਹੈ ਕਿ ਕਿਸੇ ਪਦਾਰਥ ਜਾਂ ਵਸਤੂ ਦਾ ਰੂਪ ਬਦਲਣਾ ਉਸ ਦੀ ਮਾਤਰਾ ਸਮੁੱਚੀ ਆਵਾਜ਼ ਦਾ ਪੁੰਜ ਨਹੀਂ ਬਦਲਦਾ। ਕੀ ਮਤਲਬ, ਮੰਨ ਲਓ ਆਪਣੇ ਕੋਲ ਬਹੁਤ ਵੱਡਾ 1 ਲੀਟਰ ਦਾ ਕੋਈ ਭਾਂਡਾ ਵਾ, ਉਹਦੇ ਵਿੱਚ ਚਾਹੇ ਆਪਾਂ ਪਾਣੀ ਪਾਇਆ, ਦੁੱਧ ਪਾਇਆ ਹਨਾ, ਤੇ ਉਹ ਸਿਰਫ ਅੱਧਾ ਲੀਟਰ ਆ ਹਨਾ, ਤੇ ਉਸ ਅੱਧੇ ਲੀਟਰ ਦੁੱਧ ਨੂੰ ਜਾਂ ਪਾਣੀ ਨੂੰ ਆਪਾਂ ਕਿਸੇ ਛੋਟੇ ਗਲਾਸ ਦੇ ਵਿੱਚ ਪਾਵਾਂਗੇ ਤੇ ਗਲਾਸ ਤਾਂ ਪੂਰਾ ਭਰੂਗਾ ਹੀ ਕਿਉਂਕਿ ਉਹ ਛੋਟਾ। ਪਰ ਬੱਚੇ ਨੂੰ ਜ਼ਿਆਦਾ ਦੁੱਧ ਪਾਣੀ ਨਜ਼ਰ ਆਊਗਾ, ਵੱਡੇ 'ਚ ਉਹ ਕਹੂਗਾ ਵੀ ਇਹਦੀ ਮਾਤਰਾ ਜ਼ਿਆਦਾ, ਇਹ ਜ਼ਿਆਦਾ ਵਾ ਥੋੜਾ ਵਾ, ਕਿਉਂਕਿ ਉਹਨੂੰ ਇਹਦੀ ਕੁਆਂਟੀਟੀ ਨਹੀਂ ਪਤਾ ਵੱਡੇ ਛੋਟੇ ਦੀ। ਠੀਕ ਆ। ਇਹ ਚੀਜ਼ ਜਿਹੜੀ ਆ ਹੁੰਦੀ ਆ ਇਸ ਅਵਸਥਾ ਦੇ ਵਿੱਚ। ਇੱਥੇ ਥੋੜੀ ਜਿਹੀ ਮੇਰੇ ਤੋਂ ਮਿਸਟੇਕ ਹੋ ਗਈ, ਤਾਂ ਕਰਕੇ ਜਿਹੜਾ ਵਾ ਮੈਂ ਬਲੈਂਕ ਪੇਜ ਲਾਇਆ ਹੋਇਆ ਵਾ। ਠੀਕ ਆ। ਉਸ ਤੋਂ ਬਾਅਦ ਜਿਹੜੀ ਸਾਡੀ ਅਗਲੀ ਅਵਸਥਾ ਆ ਜਾਂਦੀ ਆ ਤੀਜੀ, ਕੰਕਰੀਟ ਆਪਰੇਸ਼ਨਲ ਸਟੇਜ, ਜਿਹੜੀ ਕਿ ਸਾਡੀ ਹੈਗੀ ਹੁੰਦੀ ਆ 7 ਤੋਂ ਲੈ ਕੇ 11 ਸਾਲ ਤੱਕ ਦੀ ਅਵਸਥਾ। ਮੂਰਤ ਸਿਕਿਰਿਆਤਮਕ ਅਵਸਥਾ ਜਿਹਨੂੰ ਅਸੀਂ ਕਹਿ ਦਿੰਦੇ ਆ। ਇਸ ਅਵਸਥਾ ਵਿੱਚ ਬੱਚਾ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ ਵਾ। ਇਸ ਪੜਾਅ ਵਿੱਚ ਬੱਚਾ ਸਾਹਮਣੇ ਰੱਖੀਆਂ ਚੀਜ਼ਾਂ ਤੇ ਸੋਚਣਾ ਸ਼ੁਰੂ ਕਰ ਦਿੰਦਾ ਵਾ। ਇਸ ਅਵਸਥਾ ਵਿੱਚ ਬਾਲਕ ਤਰਲ, ਲੰਬਾਈ, ਸੰਖਿਆ, ਭਾਰ ਆਦਿ ਦੀਆਂ ਧਾਰਨਾਵਾਂ ਤੇ ਵਿਚਾਰ ਕਰਦਾ ਵਾ। ਠੀਕ ਹੈ। ਧਿਆਨ ਦੇ ਵਿੱਚ ਰੱਖਿਓ ਤੁਸੀਂ, ਕੰਕਰੀਟ ਆਪਰੇਸ਼ਨਲ ਸਟੇਜ ਤੇ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਹੋ। ਅੱਜ ਮੇਰੀ ਕਲਾਸ ਦੇ ਵਿੱਚ ਤੁਹਾਡੀ ਇਹ ਕਨਫਿਊਜ਼ਨ ਦੂਰ ਹੋ ਜੂਗੀ, ਕਿਉਂਕਿ ਚਿੰਤਨ ਤੇ ਤਰਕ ਦੀ ਜਦੋਂ ਗੱਲ ਆਉਂਦੀ ਆ ਤੇ ਸਾਡੇ ਮਨ ਦੇ ਵਿੱਚ ਜੀਨ ਪਿਆਜੇ ਦੀਆਂ 2 ਸਟੇਜਸ ਆਉਂਦੀਆਂ, ਇੱਕ ਤਾਂ ਕੰਕਰੀਟ, ਦੂਜੀ ਫਾਰਮਲ ਆਪਰੇਸ਼ਨਲ ਸਟੇਜ ਹਨਾ। ਫਾਰਮਲ ਆਪਰੇਸ਼ਨਲ ਸਟੇਜ ਉਹ ਸਟੇਜ ਆ ਜਿੱਥੇ ਬੱਚੇ ਦਾ ਚਿੰਤਨ ਅਮੂਰਤ ਚੀਜ਼ਾਂ ਤੇ ਹੁੰਦਾ, ਮਤਲਬ ਕਿਸੇ ਵੀ ਘਟਨਾ ਤੇ ਚਿੰਤਨ ਕਰ ਸਕਦਾ, ਕਿਸੇ ਵੀ ਮੂਰਤ ਨਹੀਂ ਅਮੂਰਤ ਚੀਜ਼ ਤੇ ਜਿਹੜਾ ਚਿੰਤਨ ਕਰ ਸਕਦਾ। ਪਰ ਜਦੋਂ ਕੰਕਰੀਟ ਦੀ ਗੱਲ ਆਉਂਦੀ ਆ ਤੇ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਬੱਚਾ ਸਿਰਫ ਮੂਰਤ ਚੀਜ਼ਾਂ ਦੇ ਤਰਕ ਦੇ ਸਕਦਾ। ਇਹ ਫਰਕ ਆ। ਸੋ ਇਹਨਾਂ ਦੋਨੋਂ ਸਟੇਜ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਜਿੱਥੇ ਤੁਹਾਨੂੰ ਮੈਂ ਪਹਿਲੀ ਦੂਜੀ ਸਟੇਜ ਦੇ ਵਿੱਚ ਆਪਾਂ ਗੱਲ ਕਰਕੇ ਗਏ ਵੀ ਉੱਥੇ ਕੀ ਹੁੰਦਾ ਵਾ, ਉੱਥੇ ਬੱਚਾ ਜਿਹੜਾ ਵਾ 1 ਤੋਂ ਲੈ ਕੇ 100 ਤੱਕ ਗਿਣਤੀ ਕਰ ਸਕਦਾ, ਪਰ 100 ਤੋਂ ਲੈ ਕੇ 7 ਤੱਕ ਗਿਣਤੀ ਨਹੀਂ ਕਰ ਸਕਦਾ। ਪਰ ਇੱਥੇ ਬੱਚੇ ਦੇ ਵਿੱਚ ਰਿਸਪੈਸਿਬਿਲਿਟੀ ਜਿਹੜੀ ਆ ਉਹ ਆ ਸਕਦੀ ਆ। ਠੀਕ ਆ। ਉਹਨੂੰ ਇਹ ਵੀ ਪਤਾ ਕਿ A+B ਮਤਲਬ 7 ਹੀ ਆਉਣਗੇ, A = 7 ਮਤਲਬ ਕਿ ਓਨਾ ਹੀ ਜਿਹੜਾ ਵਾ ਆਨਸਰ ਆਊਗਾ। ਮਤਲਬ ਇੱਥੇ ਬੱਚੇ ਦੇ ਵਿੱਚ ਰਿਸਪੈਸਿਬਿਲਿਟੀ ਜਿਹੜੀ ਉਹ ਆ ਜਾਂਦੀ ਆ। ਮੂਰਤ ਚਿੰਤਨ ਦਾ ਵਿਕਾਸ ਹੁੰਦਾ ਵਾ ਬੱਚੇ ਦੇ ਵਿੱਚ। ਡਿਵੈਲਪਮੈਂਟ ਆਫ ਸਪੈਚੁਅਲ ਥਿੰਕਿੰਗ, ਮਤਲਬ ਸਥਾਨਾਤਮਕ ਚਿੰਤਨ ਦਾ ਜਿਹੜਾ ਵਾ ਵਿਕਾਸ ਜਿਹੜਾ ਬੱਚੇ ਦੇ ਵਿੱਚ ਹੁੰਦਾ। ਮੂਰਤ ਚਿੰਤਨ ਕਰਦਾ ਵਾ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ। ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਾ ਕੇ ਬੱਚਾ ਅਮੂਰਤ ਚਿੰਤਨ, ਘਟਨਾਵਾਂ ਦੇ ਬਾਰੇ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ ਵਾ। ਇਹਦਾ ਫਰਕ ਤੁਸੀਂ ਯਾਦ ਰੱਖਿਓ। ਜਦੋਂ ਅਸੀਂ ਕੰਕਰੀਟ ਆਪਰੇਸ਼ਨਲ ਸਟੇਜ ਦੀ ਗੱਲ ਕਰਦੇ ਹਾਂ ਤਾਂ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਬੱਚੇ ਦਾ ਆਗਮਨ ਚਿੰਤਨ ਹੁੰਦਾ ਵਾ। ਉਦਾਹਰਨ ਤੋਂ ਨਿਯਮ ਵੱਲ, ਐਗਜ਼ਾਮਪਲ ਟੂ ਰੂਲ, ਵਿਸ਼ਿਸ਼ਟ ਤੋਂ ਸਧਾਰਨ, ਸਪੈਸੀਫਿਕ ਟੂ ਜਨਰਲ ਹਨਾ, ਮੂਰਤ ਤੋਂ ਅਮੂਰਤ, ਕੰਕਰੀਟ ਟੂ ਐਬਸਟਰੈਕਟ, ਗਿਆਤ ਤੋਂ ਅਗਿਆਤ, ਨੋਨ ਟੂ ਅਨਨੋਨ। ਐਂਡ ਵਾਲੀਆਂ 2 ਜਿਹੜੀਆਂ ਸਟੇਜ ਆ ਬਹੁਤ ਜ਼ਿਆਦਾ ਇੰਪੋਰਟੈਂਟ, ਜ਼ਿਆਦਾ ਕੁਐਸਚਨ ਵੀ ਇੱਥੋਂ ਹੀ ਪੁੱਛੇ ਜਾਂਦੇ ਆ। ਪਰ ਐਂਡ ਵਾਲੀਆਂ ਇਹਨਾਂ ਨੂੰ ਤੁਸੀਂ ਬਹੁਤ ਆਸਾਨੀ ਦੇ ਨਾਲ ਯਾਦ ਰੱਖ ਸਕਦੇ ਆ।
ਮੂਰਤ ਜਿੱਥੇ ਬੱਚਾ ਮੂਰਤ ਚੀਜ਼ਾਂ ਵਿਜ਼ੀਬਲ ਚੀਜ਼ਾਂ ਜਿਹੜੀਆਂ ਹੁੰਦੀਆਂ ਵਿਜ਼ੀਬਲ ਚੀਜ਼ਾਂ ਬਾਰੇ ਚਿੰਤਨ ਕਰੂਗਾ ਤੇ ਉਹ ਕੰਕਰੀਟ ਆ। ਜਿੱਥੇ ਅਮੂਰਤ ਚੀਜ਼ਾਂ ਦੀ ਚਿੰਤਨ ਕਰੂਗਾ ਉਹ ਕੀ ਆ, ਫਾਰਮਲ ਆਪਰੇਸ਼ਨਲ ਸਟੇਜ ਆ। ਹੁਣ ਜਦੋਂ ਅਸੀਂ ਕੰਕਰੀਟ ਦੀ ਗੱਲ ਕਰਦੇ ਹਾਂ ਇੱਥੇ ਬੱਚੇ ਦਾ ਚਿੰਤਨ ਆਗਮਨ ਹੁੰਦਾ। ਆਗਮਨ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਸੀ, ਪਹਿਲਾਂ ਉਦਾਹਰਨ ਆਉਂਦੀ ਫਿਰ ਨਿਯਮ ਆਉਂਦੇ ਆ। ਪਰ ਜਦੋਂ ਅਸੀਂ ਅਗਲੀ ਚੌਥੀ ਸਟੇਜ ਤੇ ਜਾਵਾਂਗੇ ਉੱਥੇ ਜਾ ਕੇ ਬੱਚੇ ਦੀ ਜਿਹੜਾ ਚਿੰਤਨ ਆ ਉਹ ਨਿਗਮਨ ਹੋ ਜਾਂਦਾ। ਨਿਗਮਨ ਦੇ ਵਿੱਚ ਕੀ ਆ, ਪਹਿਲਾਂ ਨਿਯਮ ਆ ਜਾਂਦੇ ਫਿਰ ਉਦਾਹਰਨ ਆ ਜਾਂਦੀਆਂ। ਸੋ ਬਹੁਤ ਈਜ਼ੀ ਹੈ ਇਹਨਾਂ ਚੀਜ਼ਾਂ ਨੂੰ ਰੱਖਣਾ ਯਾਦ, ਠੀਕ ਆ। ਉਸ ਤੋਂ ਬਾਅਦ ਆ ਜਾਂਦਾ ਏਬਲ ਟੂ ਕਨਸਰਵ, ਮਤਲਬ ਸੁਰੱਖਿਅਤ ਦੀ ਯੋਗਤਾ, ਜਿਸ ਵਿੱਚ ਬੱਚਾ ਇਹ ਸਮਝਦਾ ਹੈ ਕਿ ਕਿਸੇ ਪਦਾਰਥ ਜਾਂ ਵਸਤੂ ਦਾ ਰੂਪ ਬਦਲਣਾ ਉਸਦੀ ਮਾਤਰਾ ਸਮੁੱਚੀ ਆਵਾਜ਼ ਦਾ ਪੁੰਜ ਨਹੀਂ ਬਦਲਦਾ। ਮਤਲਬ ਪਿੱਛੇ ਆਪਾਂ ਕੀ ਗੱਲ ਕਰਕੇ ਗਏ, ਕਿਹੜੀ ਸਟੇਜ ਹੀ ਆਪਾਂ ਜਿਹੜੀ ਅੱਗੇ ਗੱਲ ਕਰਕੇ ਗਏ ਸੀ, ਇਹ ਜਿਹੜੀ ਆਪਣੀ ਸਟੇਜ ਸੀਗੀ ਇਹ ਆਪਣੀ ਸਟੇਜ ਹੈਗੀ ਸੀ ਪ੍ਰੀ ਆਪਰੇਸ਼ਨਲ ਸਟੇਜ। ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ ਕੀ ਆ ਕਿ ਵੱਡੇ ਭਾਂਡੇ ਦੇ ਵਿੱਚ ਜਿਹੜੀ ਅੱਧੀ ਚੀਜ਼ ਆ ਉਹ ਛੋਟੇ ਭਾਂਡੇ ਦੇ ਵਿੱਚ ਪਾ ਦਾਂਗੇ ਤੇ ਉਹ ਪੂਰਾ ਭਾਂਡਾ ਜਿਹੜਾ ਕੀ ਆ ਭਰ ਜੂਗਾ। ਬੱਚੇ ਨੂੰ ਲੱਗੂਗਾ ਵੀ ਇਹ ਚੀਜ਼ ਜ਼ਿਆਦੀ ਆ। ਪਰ ਜਦੋਂ ਅਸੀਂ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਪਹੁੰਚ ਜਾਂਦੇ ਆ ਤਾਂ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਜਾ ਕੇ ਬੱਚੇ ਨੂੰ ਉਹਦੀ ਮਾਤਰਾ ਸਮਝ ਆ ਜਾਊਗੀ। ਇੱਥੇ ਆ ਕੇ ਉਹਨੂੰ ਪਤਾ ਲੱਗ ਜੂਗਾ ਵੀ ਜਿਹੜੀ ਵੱਡੇ ਭਾਂਡੇ ਦੇ ਵਿੱਚ ਥੋੜੀ ਚੀਜ਼ ਆ ਉਹ ਜ਼ਿਆਦਾ ਵਾ ਤੇ ਛੋਟੇ ਭਾਂਡੇ ਵਿੱਚ ਜ਼ਿਆਦਾ ਚੀਜ਼ ਜਿਹੜੀ ਆ ਉਹ ਥੋੜੀ ਆ। ਇੱਥੇ ਆ ਕੇ ਬੱਚੇ ਨੂੰ ਜਿਹੜਾ ਵਾ ਪਤਾ ਲੱਗ ਜੂਗਾ। ਡਿਸੈਂਡਿੰਗ ਵਿਕੇਂਦਰੀਕਰਨ ਮਤਲਬ ਬੱਚਾ ਵਸਤੂਨਿਸ਼ਟ ਢੰਗ ਨਾਲ ਸੋਚਦਾ ਹੈ ਜਦੋਂ ਬਹੁਤ ਸਾਰੇ ਤੱਥਾਂ ਵਿੱਚ ਕਿਸੇ ਇੱਕ ਦੀ ਵਰਤੋਂ ਕਰਦਾ ਹੈ। ਇਸ ਵਿਕੇਂਦਰੀਕਰਨ ਨੂੰ ਕਹਿੰਦੇ ਆ। ਵਿਕੇਂਦਰੀਕਰਨ ਕਿਹਨੂੰ ਕਹਿੰਦੇ ਆ, ਜਦੋਂ ਬੱਚਾ ਕਲਾਸੀਫਿਕੇਸ਼ਨ ਜਿਹੜੀ ਆ ਕਰਨੀ ਸ਼ੁਰੂ ਕਰ ਦਿੰਦਾ। ਮਤਲਬ ਉਹਨੂੰ ਪਤਾ ਵਾ ਇਹ ਸ਼ੇਰ ਆ, ਉਹਨੂੰ ਪਤਾ ਵਾ ਇਹ ਜੈਬਰਾ ਵਾ, ਉਹਨੂੰ ਪਤਾ ਇਹ ਹਾਥੀ ਆ। ਇਹ ਐਗਜ਼ਾਮਪਲ ਜਿਹੜੀ ਮੈਂ ਲਈ ਹੈ ਵਿਦ ਪਿਕਚਰ, ਮਤਲਬ ਕਲਾਸੀਫਿਕੇਸ਼ਨ ਬੱਚੇ ਦੇ ਵਿੱਚ ਆ ਜਾਂਦੀ ਹੈ। ਦੇਖੋ ਉਹਨੂੰ ਪਤਾ ਲੱਗ ਜਾਂਦਾ ਵਾ ਕਿਹੜੀ ਮੱਝ ਆ, ਕਿਹੜੀ ਗਾਂ ਆ, ਕਿਹੜਾ ਕੁੱਤਾ ਵਾ, ਠੀਕ ਆ, ਕੁੱਤਾ ਆ ਕਿ ਬਿੱਲੀ, ਇਹ ਸਾਰੀ ਚੀਜ਼ ਜਿਹੜੀ ਉਹਨੂੰ ਇੱਥੇ ਆ ਕੇ ਬੱਚੇ ਨੂੰ ਪਤਾ ਲੱਗ ਜਾਂਦੀ ਆ। ਸੈਰੀਏਸ਼ਨ ਸ਼੍ਰੇਣੀਬੰਧਤਾ, ਮਤਲਬ ਉਹਨੂੰ ਇੱਥੇ ਪਤਾ ਲੱਗ ਜਾਂਦਾ ਕਿਹੜੀ ਚੀਜ਼ ਵੱਡੀ ਆ ਕਿਹੜੀ ਚੀਜ਼ ਛੋਟੀ ਆ। ਇਸ ਤਰ੍ਹਾਂ ਦੀਆਂ ਪਿਕਚਰ ਤੋਂ ਜਿਹੜਾ ਵਾ ਤੁਸੀਂ ਅੰਦਾਜ਼ਾ ਜਿਹੜਾ ਵਾ ਉਹ ਲਾ ਸਕਦੇ ਆ, ਠੀਕ ਆ। ਉਸ ਤੋਂ ਬਾਅਦ ਸਾਡੀ ਜਿਹੜੀ ਅਗਲੀ ਸਟੇਜ ਆਉਂਦੀ ਆ, ਅਗਲੀ ਸਟੇਜ ਸਾਡੀ ਹੈਗੀ ਆ ਲਾਸਟ ਫਾਰਮਲ ਆਪਰੇਸ਼ਨਲ ਸਟੇਜ, ਜਿਹੜੀ ਕਿ ਸਾਡੀ ਹੈਗੀ ਆ 11 ਤੋਂ ਲੈ ਕੇ 15 ਸਾਲ ਤੱਕ ਦੀ ਰਸਮੀ ਕਿਰਿਆ ਵੀ ਸਟੇਜ ਅਸੀਂ ਇਹਨੂੰ ਕਹਿ ਦਿੰਦੇ ਆ। ਜਿੱਥੇ ਮੈਂ ਤੁਹਾਨੂੰ ਦੱਸਿਆ ਕਿ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ ਬੱਚਾ ਜਿਹੜੀਆਂ ਮੂਰਤ ਚੀਜ਼ਾਂ ਦੇ ਚਿੰਤਨ ਕਰਦਾ, ਪਰ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਾ ਕੇ ਬੱਚਾ ਅਮੂਰਤ ਚੀਜ਼ਾਂ ਦਾ ਚਿੰਤਨ ਕਰਦਾ। ਕੰਕਰੀਟ ਦੇ ਵਿੱਚ ਬੱਚੇ ਦੇ ਵਿੱਚ ਆਗਮਨ ਚਿੰਤਨ ਹੁੰਦਾ ਵਾ, ਪਰ ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਾ ਕੇ ਬੱਚੇ ਦਾ ਨਿਗਮਨ ਚਿੰਤਨ ਹੋ ਜਾਂਦਾ। ਮਤਲਬ ਵੇਖੋ ਜਦੋਂ ਅਸੀਂ ਆਗਮਨ ਚਿੰਤਨ ਦੀ ਗੱਲ ਕਰਦੇ ਆ, ਕੰਕਰੀਟ ਦੀ ਗੱਲ ਕਰਦੇ ਆ, ਉੱਥੇ ਬੱਚੇ ਦੇ ਵਿੱਚ ਉਦਾਹਰਨਾਂ, ਮਤਲਬ ਉੱਥੇ ਉਦਾਹਰਨਾਂ ਪਹਿਲਾਂ ਆਉਂਦੀਆਂ ਨਿਯਮ ਬਾਅਦ ਵਿੱਚ ਆਉਂਦੇ ਆ। ਪਰ ਫਾਰਮਲ ਦੇ ਵਿੱਚ ਜਾ ਕੇ ਕੀ ਹੁੰਦਾ, ਪਹਿਲਾਂ ਨਿਯਮ ਆ ਜਾਂਦੇ ਆ ਫਿਰ ਉਦਾਹਰਨਾਂ ਆ ਜਾਂਦੀਆਂ, ਜਿਹਨੂੰ ਕਿ ਅਸੀਂ ਨਿਗਮਨ ਚਿੰਤਨ ਕਹਿ ਦਿੰਦੇ ਆ। ਫਾਰਮਲ ਆਪਰੇਸ਼ਨ ਸਟੇਜ ਹੀ ਉਹੀ ਸਟੇਜ ਜਿੱਥੇ ਬੱਚਾ ਘਟਨਾਵਾਂ ਦੇ ਬਾਰੇ, ਅਮੂਰਤ ਚੀਜ਼ਾਂ ਦੇ ਬਾਰੇ ਜਿਹੜਾ ਵਾ ਬੱਚਾ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ। ਦੇਖੋ ਅਮੂਰਤ ਚਿੰਤਨ ਦਾ ਵਿਕਾਸ ਹੁੰਦਾ, ਡਿਡਕਟਿਵ ਟੂ ਲੌਜਿਕ, ਨਿਗਮਨ ਤਰਕ ਦਾ ਵਿਕਾਸ ਹੁੰਦਾ, ਨਿਯਮ ਤੋਂ ਉਦਾਹਰਨ ਵੱਲ ਬੱਚਾ ਜਾਂਦਾ, ਸਧਾਰਨ ਤੋਂ ਵਿਸ਼ੇਸ਼ ਵੱਲ ਜਾਂਦਾ, ਅਮੂਰਤ ਤੋਂ ਮੂਰਤ ਵੱਲ ਜਾਂਦਾ, ਅਗਿਆਤ ਤੋਂ ਗਿਆਤ ਵੱਲ ਜਾਂਦਾ ਬੱਚਾ, ਠੀਕ ਹੈ। ਡਿਵੈਲਪਮੈਂਟ ਐਨਾਲਿਟੀਕਲ ਥਿੰਕਿੰਗ ਮਤਲਬ ਵਿਸ਼ਲੇਸ਼ਣਾਤਮਕ ਚਿੰਤਨ ਦਾ ਵਿਕਾਸ ਹੁੰਦਾ ਬੱਚੇ ਦਾ। ਫਾਰਮਲ ਆਪਰੇਸ਼ਨਲ ਸਟੇਜ ਦੇ ਵਿੱਚ ਜਾ ਕੇ ਬੱਚਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੰਦਾ। ਵਿਸ਼ਲੇਸ਼ਣ ਮਤਲਬ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਉਹਨਾਂ ਦੀ ਅਲੱਗ-ਅਲੱਗ ਅਹਿਮੀਅਤ ਜਿਹੜਾ ਬੱਚਾ ਸਮਝਣ ਲੱਗ ਪੈਂਦਾ। ਡਿਵੈਲਪਮੈਂਟ ਆਫ ਕ੍ਰਿਟੀਕਲ ਥਿੰਕਿੰਗ ਮਤਲਬ ਬੱਚੇ ਦੇ ਵਿੱਚ ਆਲੋਚਨਾ ਕਰਨ ਦਾ ਚਿੰਤਨ ਜਿਹੜਾ ਵਾ ਪੈਦਾ ਹੋ ਜਾਂਦਾ। ਡਿਵੈਲਪਮੈਂਟ ਆਫ ਹਾਈਪੋਥੈਟੀਕਲ ਥਿੰਕਿੰਗ ਪਰਿਕਲਪਨਿਕ ਚਿੰਤਨ ਦਾ ਵਿਕਾਸ, ਮਤਲਬ ਇਮੈਜਨਰੀ ਚੀਜ਼ਾਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਵੀ ਬੱਚਾ ਜਿਹੜਾ ਵਾ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ। ਡਿਵੈਲਪਮੈਂਟ ਆਫ ਪ੍ਰੋਬਲਮ ਸੋਲਵਿੰਗ ਐਬਿਲਿਟੀਜ਼ ਮਤਲਬ ਬੱਚਾ ਸਮੱਸਿਆ ਸਮਾਧਾਨ ਦੀਆਂ ਯੋਗਤਾਵਾਂ, ਮਤਲਬ ਕੋਈ ਵੀ ਸਮੱਸਿਆ ਵਾ ਜਿਹੜਾ ਵਾ ਉਹਨਾਂ ਨੂੰ ਸੋਲਵ ਕਰਨ ਦੀ ਜਿਹੜੀ ਯੋਗਤਾ ਵਾ ਬੱਚੇ ਦੀ ਵੱਧ ਜਾਂਦੀ ਆ। ਤੇ ਕੁਝ ਵੀ ਔਖਾ ਨਹੀਂ ਆ, ਬਸ ਸਮਝਣ ਦੀ ਗੱਲ ਹੁੰਦੀ ਆ। ਇਹ ਸੀ ਸਾਡਾ ਸਾਰਾ ਦਾ ਸਾਰਾ ਜੀਨ ਪਿਆਜੇ। ਇਹਦੇ ਤੋਂ ਸਾਨੂੰ 1-2 ਕੁਐਸਚਨ ਆਉਣੇ ਹੀ ਆਉਣੇ ਆ। ਮੈਂ ਬਹੁਤ ਹੀ ਸਿੰਪਲ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਇਸ ਤੋਂ ਬਾਅਦ ਜਿਹੜਾ ਵਾ ਇਹਦੀ ਤੁਹਾਨੂੰ PDF ਟੈਲੀਗ੍ਰਾਮ ਤੇ ਮਿਲ ਜੂਗੀ, ਠੀਕ ਆ। ਤੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਲੱਗੀ ਇਹ ਕਲਾਸ, ਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ।